ਬਾਣੀ ਦਾ ਨਾਂ ਹੈ ਗਾਥਾ। ਸਿਰਲੇਖ ਹੈ ਮਹਲਾ ਪੰਜਵਾਂ ਗਾਥਾ। ਸਿਰਲੇਖ ਦੇ ਅਗਾਂਹ ਮੰਗਲ ਦਿੱਤਾ ਹੈ, ਫਿਰ ਗਾਥਾ ਸ਼ੁਰੂ ਕੀਤੀ ਹੈ। ਇਹ ਕਰਤਾਰਪੁਰੀ ਬੀੜ ਦੀ ਛਪਾਈ ਦਾ ਢੰਗ ਨਹੀਂ ਹੈ, ਇੱਥੇ ਢੰਗ ਰੋਂਗ ਵਰਤਿਆ ਗਿਆ ਹੈ। ਕਰਤਾਰਪੁਰੀ ਬੀੜ ਵਿੱਚ ਮੰਗਲ ਕੋ ਪਹਿਲਾਂ ਹੁੰਦਾ ਹੈ, ਉਸ ਤੋਂ ਬਾਅਦ ਬਾਣੀ ਦਾ ਸਿਰਲੇਖ ਹੁੰਦਾ ਹੈ, ਨਾਲ ਹੀ ਬਾਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਮੰਗਲ ਜਿਹੜੇ ਕਰਤਾਰਪੁਰੀ ਬੀੜ ਮੁਤਾਬਕ ਠੀਕ ਲਿਖੇ ਹਨ, ਉਹ ਮੰਗਲ ਇਹ ਨਹੀਂ ਹੈ। ਉਹ ਮੰਗਲ 72 ਹਨ ਜਿਹੜੇ ਕਰਤਾਰਪੁਰੀ ਬੀੜ ਮੁਤਾਬਕ ਠੀਕ ਲਿਖੇ ਗਏ ਹਨ। ਪਹਿਲਾਂ ਉਹਨਾਂ ਨੂੰ ਥਾਂ ਦਿੱਤੀ ਗਈ ਹੈ, ਬੋਲਣ ਵਿੱਚ ਵੀ ਲਿਖਣ ਵਿੱਚ ਵੀ। ਉਹ ਕੇਵਲ 72 ਮੰਗਲ ਹਨ ਛਾਪੇ ਦੇ ਬੀੜ ਦੇ, ਤੇ 495 ਮੰਗਲ ਐਸੇ ਹਨ ਜਿਹੜੇ ਕਰਤਾਰਪੁਰੀ ਬੀੜ ਦੇ ਮੁਤਾਬਕ ਨਹੀਂ ਛਾਪੇ ਗਏ। ਜਿਵੇਂ ਇਹ ਮੰਗਲ ਹੈ, ਇਹ ਵੀ ਕਰਤਾਰਪੁਰੀ ਬੀੜ ਮੁਤਾਬਕ ਨਹੀਂ ਛਾਪਿਆ ਗਿਆ। ਜਿਹੜਾ ਮੰਗਲ ਸ਼ਲੋਕ ਸੰਸਕ੍ਰਿਤੀ ਮਹਲਾ ਪਹਿਲਾ ਤੋਂ ਪਹਿਲਾਂ ਲਿਖਿਆ ਗਿਆ ਹੈ, ਉਹ ਕਰਤਾਰਪੁਰੀ ਬੀੜ ਮੁਤਾਬਕ ਹੈ। ਜਿਹੜਾ ਮੰਗਲ ਜਪਜੀ ਦੇ ਪਹਿਲਾਂ ਲਿਖਿਆ ਗਿਆ ਹੈ, ਉਹ ਕਰਤਾਰਪੁਰੀ ਬੀੜ ਦੀ ਛਪਾਈ ਦੇ ਮੁਤਾਬਕ ਹੈ। ਇਸ ਤਰ੍ਹਾਂ ਦੇ ਮੰਗਲ ਜਿਹੜੇ ਹਨ ਮੁਤਾਬਕ ਵਾਲੇ, ਇਹ 72 ਹਨ, 72 ਹਨ। ਜਿਹੜੇ ਇਸ ਤਰ੍ਹਾਂ ਦੀ ਤਰਤੀਬ ਨਾਲ ਨਹੀਂ ਲਿਖੇ ਗਏ, ਦੂਜੀ ਤਰਤੀਬ ਨਾਲ ਲਿਖੇ ਗਏ ਹਨ, ਉਹ 495 ਹਨ। ਕੁੱਲ 567 ਮੰਗਲ ਗੁਰੂ ਗ੍ਰੰਥ ਸਾਹਿਬ 'ਚ ਵਰਤੇ ਗਏ ਹਨ। ਗੁਰਮੁਖੋ, ਇਹ ਜਿਹੜੀਆਂ ਉਕਾਈਆਂ ਰਹਿ ਗਈਆਂ, ਇਹ ਜਿਹੜੀਆਂ ਛਾਪੇ ਵਾਲਿਆਂ ਵੱਲੋਂ ਜਾਂ ਉਤਾਰੇ ਕਰਨ ਵਾਲਿਆਂ ਵੱਲੋਂ ਇਹ ਮਰਜ਼ਾਦਾ ਜਿਹੜੀ ਕਰਤਾਰਪੁਰੀ ਬੀੜ ਦੀ ਕਾਇਮ ਨਹੀਂ ਰੱਖੀ ਗਈ, ਇਹਦਾ ਕੌਣ ਜ਼ਿੰਮੇਵਾਰ ਹੈ? ਇਹਦੀਆਂ ਗਲਤੀਆਂ ਜਿਹੜੀਆਂ ਹਨ, ਉਹ ਜਿਹੜੇ ਪਾਠਖਾਨ ਪੜ੍ਹਨ ਵਾਲੇ ਉਹ ਕਿਉਂ ਭੁਗਤੀ ਜਾਣ? ਤੋ ਗੁਰਮੁਖੋ, ਇਹ ਜਿਹੜੇ ਮੰਗਲ ਹਨ ਕਰਤਾਰਪੁਰੀ ਬੀੜ ਮੁਤਾਬਕ ਬੋਲਣੇ ਹਨ। ਭਾਵੇਂ ਲਿਖੇ ਥੋੜ੍ਹੇ ਮੰਗਲ ਗਏ ਹਨ ਜਿਹੜੇ ਕਰਤਾਰਪੁਰੀ ਬੀੜ ਮੁਤਾਬਕ ਹਨ, ਕੇਵਲ 72 ਹਨ, ਪਰ ਬਾਕੀ ਮੰਗਲ ਜਿਹੜੇ 495 ਨਹੀਂ ਵੀ ਲਿਖੇ ਗਏ, ਉਸ ਬੀੜ ਮੁਤਾਬਕ ਉਹਨਾਂ ਨੂੰ ਪੜ੍ਹਨਾ ਉਸੇ ਬੀੜ ਮੁਤਾਬਕ ਹੈ ਜਿਵੇਂ 72 ਮੰਗਲ ਲਿਖੇ ਗਏ ਹਨ। ਇਹਨਾਂ ਤੋਂ ਸੇਧ ਲੈ ਕੇ ਬਾਕੀਆਂ ਨੂੰ ਵੀ ਪੜ੍ਹਨਾ ਹੈ ਉਸੇ ਤਰ੍ਹਾਂ ਹੀ। ਤੇ ਸਿੱਖ ਵਿਦਵਾਨਾਂ ਦੀਆਂ ਕਮੇਟੀਆਂ ਬਣੀਆਂ ਸਨ ਮੰਗਲ ਦਾ ਸਥਾਨ ਨਿਸ਼ਚਿਤ ਕਰਨ ਲਈ। ਉਹਨਾਂ ਦੀਆਂ ਰਿਪੋਰਟਾਂ ਇਹ ਕਹਿੰਦੀਆਂ ਹਨ ਕਿ ਮੰਗਲ ਉੱਥੇ ਪਹਿਲਾਂ ਲਿਖੇ ਗਏ ਹਨ, ਮੰਗਲਾਂ ਨੂੰ ਸਥਾਨ ਪਹਿਲਾਂ ਦਿੱਤਾ ਗਿਆ ਹੈ। ਇਸ ਕਰਕੇ ਮੰਗਲ ਜਿਹੜਾ, ਕਿਉਂਕਿ ਇੱਕ ਕੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਤਰ੍ਹਾਂ ਦੀ ਇਸ਼ਟ ਦੀ ਉਪਾਸਨਾ ਹੁੰਦੀ ਹੈ, ਕੰਮ ਬਾਅਦ ਸ਼ੁਰੂ ਹੁੰਦਾ ਹੈ, ਇਸ ਕਰਕੇ ਮੰਗਲ ਪਹਿਲਾਂ ਹਨ, ਬਾਣੀ ਬਾਅਦ ਵਿੱਚ ਹੈ। ਤੋ ਮੰਗਲ ਸਾਰੇ ਇਸ ਤਰ੍ਹਾਂ ਪੜ੍ਹੇ ਜਾਣੇ ਚਾਹੀਦੇ ਜਿਵੇਂ ਜਪਜੀ ਦੇ ਪਹਿਲਾਂ ਲਿਖਿਆ ਗਿਆ ਹੈ, ਜਿਵੇਂ ਸ਼ਲੋਕ ਸੰਸਕ੍ਰਿਤੀ ਮਹਲਾ ਪਹਿਲਾ ਦੇ ਪਹਿਲਾਂ ਲਿਖਿਆ ਗਿਆ ਹੈ। ਜਿਹੜਾ ਮੰਗਲ ਸ਼ਲੋਕ ਸੰਸਕ੍ਰਿਤੀ ਮਹਲਾ ਪੰਜਵਾਂ ਵਿੱਚ ਲਿਖਿਆ ਗਿਆ ਹੈ, ਉਸੇ ਪੰਨੇ ਦੇ ਉੱਤੇ ਉਹ ਦੂਜੀ ਤਰਤੀਬ ਨਾਲ ਹੈ ਜਿਹੜੀ ਕਰਤਾਰਪੁਰੀ ਬੀੜ ਵਿੱਚ ਨਹੀਂ ਹੈ। ਤੋ ਇੱਕੋ ਹੀ ਪੰਨੇ ਉੱਤੇ ਇੱਕੋ ਹੀ ਮੰਗਲ ਨੂੰ, ਉਸੇ ਮੰਗਲ ਨੂੰ ਦੋ ਤਰੀਕੇ ਨਾਲ ਲਿਖਿਆ ਗਿਆ ਹੈ ਛਾਪੇ ਵਾਲਿਆਂ ਵੱਲੋਂ। ਦੋਵੇਂ ਤਰੀਕੇ ਠੀਕ ਨਹੀਂ ਹਨ, ਇਹਨਾਂ ਵਿੱਚੋਂ ਇੱਕ ਤਰੀਕਾ ਗਲਤ ਹੈ। ਦੋਵੇਂ ਤਰੀਕੇ ਠੀਕ ਨੇ, ਦੋਵੇਂ ਤਰੀਕੇ ਗਲਤ ਨਹੀਂ, ਇਹਨਾਂ ਵਿੱਚੋਂ ਇੱਕ ਗਲਤ ਹੈ, ਇੱਕ ਠੀਕ ਹੈ। ਠੀਕ ਉਹ ਹੈ ਜਿਹੜਾ ਜਪਜੀ ਦੇ ਪਹਿਲਾ ਮੰਗਲ ਲਿਖਿਆ ਗਿਆ, ਉਹ ਤਰੀਕਾ ਹੈ, ਉਹ ਠੀਕ ਹੈ। ਉਸ ਤਰੀਕੇ ਨਾਲ ਲਿਖੇ ਮੰਗਲ ਠੀਕ ਹਨ। ਜਿਹੜੇ ਉਸ ਤਰੀਕੇ ਨਾਲ ਨਹੀਂ ਲਿਖੇ ਗਏ, ਉਹ ਤਰਤੀਬ ਅਨੁਸਾਰ ਨਹੀਂ ਹਨ, ਜਿਨ੍ਹਾਂ ਨੂੰ ਕਰਤਾਰਪੁਰੀ ਬੀੜ ਮੁਤਾਬਕ ਪੜ੍ਹਨਾ ਹੀ ਸ਼ੁੱਧ ਪਾਠ ਹੈ। ਤੋ ਇਸ ਤਰ੍ਹਾਂ ਪੜ੍ਹਨ ਵਾਲੇ ਕਿਉਂ ਗਲਤੀਆਂ ਭੁਗਤਣ? ਫਿਰ ਬੀੜ ਦੀ ਲਿਖਾਈ ਜਿਹੜੀ ਹੈ ਇਹ ਲੜੀਵਾਰ ਸੀ। ਸਾਰੇ ਬਾਣੀਕਾਰਾਂ ਨੇ ਲੜੀਵਾਰ ਰਚਨਾ ਕੀਤੀ, ਤੇ ਪੁਰਾਤਨ ਸਮੇਂ ਵਿੱਚ ਲੜੀਵਾਰ ਹੀ ਇਹ ਲਿਖਤਾਂ ਹੁੰਦੀਆਂ ਸਨ। ਅੱਜ ਕੱਲ੍ਹ ਜੋ ਅਸੀਂ ਦੇਖ ਰਹੇ ਹਾਂ, ਪਦਛੇਦ ਕੀਤੀਆਂ ਹੋਈਆਂ ਬੀੜਾਂ, ਉਹਨਾਂ ਵਿੱਚ ਪਦਛੇਦ ਗੁਰੂ ਸਾਹਿਬਾਨ ਨੇ ਨਹੀਂ ਕੀਤੇ, ਉਹ ਪਦਛੇਦ ਕਿਸੇ ਸੱਜਣ ਨੇ ਕੀਤੇ ਹਨ। ਪਬਲਿਸ਼ਰਸ ਨੂੰ ਲਾਭ ਪਹੁੰਚਾਉਣ ਵਾਸਤੇ ਕੀਤੇ ਹਨ ਵੀ ਉਹ ਗੁੱਟ ਕੇ ਇਸ ਤਰ੍ਹਾਂ ਪਦਛੇਦ ਕਰਕੇ ਛਾਪਣ, ਪੋਥੀਆਂ ਛਾਪਣ। ਹੌਲੀ ਹੌਲੀ ਉਹਨੇ ਬੀੜ ਛਾਪ ਦਿੱਤੀ। ਇਸ ਤਰ੍ਹਾਂ ਲੱਖਾਂ ਕਰੋੜਾਂ ਰੁਪਈਆ ਉਹਨਾਂ ਨੇ ਕਮਾਇਆ ਪਦਛੇਦ ਬੀੜਾਂ ਵਿੱਚ। ਪਰ ਕਾਹਲੀ ਨਾ ਕੀਤੇ ਪਦਛੇਦਾਂ ਵਿੱਚ ਹੀ ਬਹੁਤ ਸਾਰੀਆਂ ਮਿਸਟੇਕਸ, ਗਲਤੀਆਂ ਹੋ ਚੁੱਕੀਆਂ ਹਨ। ਸਿੱਖ ਉਹਨਾਂ ਗਲਤੀਆਂ ਨੂੰ ਕਿਉਂ ਦੁਹਰਾਉਣ, ਭਾਵੇਂ ਦੁਹਰਾਈ ਜਾ ਰਹੇ ਹਨ, ਕਿਉਂ ਦੁਹਰਾਉਣ? ਇਸ ਗੱਲ ਦਾ ਯਤਨ ਕੀਤਾ ਗਿਆ ਇਸ ਪਾਠ ਵਿੱਚ ਕਿ ਜਿੱਥੇ ਜਿੱਥੇ ਕੋਈ ਸ਼ਬਦ ਜੋੜਾਂ 'ਚ ਮਿਸਟੇਕ ਹੋਈ ਹੈ, ਸਿੱਖ ਵਿਦਵਾਨਾਂ ਦੀ ਖੋਜ ਮੁਤਾਬਕ ਉਹ ਕਿਵੇਂ ਲਿਖਣੇ ਚਾਹੀਦੇ ਸਨ, ਉਹ ਨਾਲ ਨਾਲ ਦਾਸ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਤੋ ਇਸ ਤਰ੍ਹਾਂ ਆਉਣ ਵਾਲੀ ਪੀੜ੍ਹੀ ਜਿਹੜੀ ਹੈ, ਆਉਣ ਵਾਲੀਆਂ ਸਿੱਖ ਜਿਹੜੀਆਂ ਪੀੜ੍ਹੀਆਂ ਹਨ, ਇਹ ਇਹਨਾਂ ਹੋਈਆਂ ਗਲਤੀਆਂ ਨੂੰ, ਚਾਹੇ ਛਾਪੇ
ਵਾਲਿਆਂ ਵੱਲੋਂ ਕੀਤੀਆਂ ਗਈਆਂ, ਚਾਹੇ ਉਹ ਵੱਖ-ਵੱਖ ਸਮੇਂ ਉਤਾਰੇ ਕਰਨ ਵਾਲਿਆਂ ਵੱਲੋਂ, ਬੀੜਾਂ ਦੇ ਗਾਂਹ ਤੇ ਗਾਂਹ ਉਤਾਰੇ ਕਰਨ ਵਾਲਿਆਂ ਵੱਲੋਂ ਕੀਤੀਆਂ ਗਈਆਂ, ਉਹ ਗਾਂਹ ਟਰਾਂਸਫਰ ਨਾ ਹੋਣ, ਉਹ ਆਉਣ ਵਾਲੀਆਂ ਸਿੱਖ ਨਸਲਾਂ ਵਿੱਚ ਉਹ ਚੱਲਣ ਨਾ। ਇਸ ਕਰਕੇ ਇਸ ਪਾਠ ਵਿੱਚ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਸ਼ਬਦ ਜੋੜ ਜਿਹੜੇ ਹਨ ਉਹ ਸਿੱਖ ਵਿਦਵਾਨਾਂ ਦੀ ਖੋਜ ਮੁਤਾਬਕ ਉਹ ਠੀਕ ਬੋਲੇ ਜਾਣ। ਤੇ ਦੱਸਣ ਦਾ ਯਤਨ ਕੀਤਾ ਗਿਆ ਕਿ ਇੱਥੇ ਸ਼ਬਦ ਜੋੜ ਠੀਕ ਨਹੀਂ ਛਾਪਿਆ ਗਿਆ, ਇਹ ਪਦਛੇਦ ਰੌਂਗ ਕੀਤਾ ਗਿਆ, ਇਹ ਇਸ ਤਰ੍ਹਾਂ ਚਾਹੀਦਾ ਸੀ, ਨਾਲ ਨਾਲ ਉਹ ਦੱਸਿਆ ਗਿਆ ਹੈ। ਸੋ ਗੁਰਮੁਖੋ, ਜਿਹੜਾ ਟੀਕਾ ਕੀਤਾ ਹੈ ਟੀਕਾਕਾਰਾਂ ਨੇ, ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਹੈ, ਉਸ ਨੇ ਇਹ ਜਿਹੜਾ ਮੰਗਲ ਦਿੱਤਾ ਹੈ, ਉਹਨਾਂ ਨੇ ਕਰਤਾਰਪੁਰੀ ਬੀੜ ਦੇ ਮੁਤਾਬਕ ਆਪਣੇ ਟੀਕੇ ਵਿੱਚ ਲਿਖਿਆ ਹੈ। ਭਾਵੇਂ ਇੱਥੇ ਛਾਪੇ ਵਾਲਿਆਂ ਵੱਲੋਂ ਜੋ ਇੱਥੇ ਦਿੱਤਾ ਗਿਆ ਹੈ ਇਹ ਵਿਚਕਾਰ ਦਿੱਤਾ ਗਿਆ ਹੈ। ਜਿਹੜਾ ਟੀਕਾ ਫਰੀਦਕੋਟ ਵਾਲਾ ਹੈ, ਉਹਨਾਂ ਨੇ ਮੰਗਲ ਛਾਪਣ ਦੀ ਕੋਸ਼ਿਸ਼ ਤਾਂ ਕੀਤੀ ਹੈ ਸੱਜੇ ਪਾਸੇ, ਕਿਉਂਕਿ ਕਰਤਾਰਪੁਰੀ ਬੀੜ ਵਿੱਚ ਮੰਗਲ ਹਮੇਸ਼ਾ ਪੱਤਰੇ ਦੇ ਅੱਧ ਤੋਂ ਸੱਜੇ ਪਾਸੇ ਵੱਲ ਛਪੇ ਹੋਏ ਹਨ। ਕੋਈ ਮੰਗਲ ਵੀ ਪੱਤਰੇ ਦੇ ਖੱਬੇ ਪਾਸਿਓਂ ਨਹੀਂ ਸ਼ੁਰੂ ਕੀਤਾ ਗਿਆ, ਨਾ ਉਸ ਪਾਸੇ ਆਉਣ ਦਿੱਤਾ ਗਿਆ। ਹਰ ਪੱਤਰੇ ਦੇ ਮਿਡਲ ਤੋਂ ਸੱਜੇ ਪਾਸੇ ਹੀ ਮੰਗਲ ਲਿਖੇ ਗਏ ਹਨ। ਭਾਵੇਂ ਲਿਖਿਆ ਉਹਨਾਂ ਨੇ ਇਸ ਤਰ੍ਹਾਂ ਹੈ, ਪਰ ਉਹਦੇ ਬਰਾਬਰ ਹੀ ਸਿਰਲੇਖ ਲਿਖ ਦਿੱਤਾ ਹੈ, ਮਹਲਾ ਪੰਜਵਾਂ ਗਾਥਾ। ਇਹਦਾ ਮਤਲਬ ਹੈ ਮੰਗਲ ਅਤੇ ਸਿਰਲੇਖ ਇੱਕੋ ਲਾਈਨ 'ਚ ਕਰ ਦਿੱਤੇ ਗਏ ਹਨ, ਜਿੱਥੋਂ ਇਹ ਮੰਗਲ ਪਹਿਲਾਂ ਨਹੀਂ ਪੜ੍ਹਿਆ ਜਾ ਸਕਦਾ, ਕਿਉਂਕਿ ਪੰਜਾਬੀ ਖੱਬੇ ਪਾਸਿਓਂ ਪੜ੍ਹੀ ਜਾ ਰਹੀ ਹੈ। ਤੇ ਭਾਵੇਂ ਪੁਰਾਤਨ ਰੀਤੀ ਮੁਤਾਬਕ ਸੱਜੇ ਪਾਸਿਓਂ ਮੰਗਲ ਪੜ੍ਹ ਕੇ ਤੇ ਖੱਬੇ ਪਾਸਿਓਂ ਬਾਣੀ ਪੜ੍ਹੀ ਜਾਂਦੀ ਸੀ, ਪਰ ਉਹ ਰੀਤੀ ਜਿਹੜੀ ਆ ਉਹ ਕਾਇਮ ਨਹੀਂ ਰਹੀ। ਇਸ ਕਰਕੇ ਇਹ ਮੰਗਲ ਜਿਹੜਾ ਨਹੀਂ ਫਰੀਦਕੋਟ ਵਾਲੇ ਟੀਕੇ ਵਿੱਚ ਛਾਪਿਆ ਹੈ, ਇਹ ਮੰਗਲ ਤੇ ਸਿਰਲੇਖ ਇੱਕੋ ਲਾਈਨ ਵਿੱਚ ਉਹਨਾਂ ਨੇ ਦਿੱਤੇ ਹਨ, ਜਿੱਥੋਂ ਉਹ ਮੰਗਲ ਪਹਿਲਾਂ ਪੜ੍ਹਿਆ ਨਹੀਂ ਜਾ ਸਕਦਾ ਅੱਜ ਕੱਲ੍ਹ ਦੀ ਰੀਤੀ ਮੁਤਾਬਕ। ਤਾਂ ਪ੍ਰੋਫੈਸਰ ਸਾਹਿਬ ਸਿੰਘ ਨੇ ਇਹ ਮੰਗਲ ਪਹਿਲਾਂ ਦਿੱਤਾ ਹੈ। ਕਰਪੂਰ ਪੁਹਪ ਸੁਗੰਧਾ ਪਰਸ਼ ਮਨੁੱਖ ਦੇਹੰ ਮਲੀਣੰ। ਥੋੜ੍ਹਾ ਬਹੁਤਾ ਗਾਥਾ ਬਾਰੇ ਵੀ ਵਿਚਾਰ ਕਰਦੇ ਹਾਂ। ਗਾਥਾ ਕੀ ਹੈ? ਇਹ ਇੱਕ ਪ੍ਰਾਚੀਨ ਭਾਸ਼ਾ ਹੈ ਜਿਸ ਦਾ ਨਾਂ ਹੈ ਪ੍ਰਾਕ੍ਰਿਤ। ਪ੍ਰਾਕ੍ਰਿਤ ਭਾਸ਼ਾ ਸੰਸਕ੍ਰਿਤ ਵਿੱਚੋਂ ਨਿਕਲੀ ਹੈ। ਸੰਸਕ੍ਰਿਤ ਬਦਲ ਕੇ ਪ੍ਰਾਕ੍ਰਿਤ ਬਣੀ, ਪ੍ਰਾਕ੍ਰਿਤ ਬਦਲ ਕੇ ਅਪਭ੍ਰੰਸ਼ ਬਣੀ, ਅਪਭ੍ਰੰਸ਼ ਵਿੱਚੋਂ ਹੋਰ ਬਾਕੀ ਦੀਆਂ ਭਾਸ਼ਾਵਾਂ ਗਾਂ ਨਿਕਲਦੀਆਂ ਹਨ। ਅਤੇ ਪ੍ਰਾਕ੍ਰਿਤ ਭਾਸ਼ਾ ਹੈ ਇਸ ਗਾਥਾ ਦੀ। ਅਤੇ ਜਿਹੜਾ ਬੋਧੀਆਂ ਦਾ ਗ੍ਰੰਥ ਸੀ ਲਲਿਤ ਵਿਸਤਰ, ਉਹ ਗ੍ਰੰਥ ਵੀ ਇਸੇ ਭਾਸ਼ਾ ਵਿੱਚ ਲਿਖਿਆ ਹੋਇਆ ਸੀ। ਅਤੇ ਹੋਰ ਜਿਹੜੇ ਗ੍ਰੰਥ ਸਨ ਬੋਧੀਆਂ ਦੇ, ਉਹ ਵੀ ਇਸੇ ਭਾਸ਼ਾ ਵਿੱਚ ਲਿਖੇ ਹੋਏ ਸਨ, ਜਿਸ ਦਾ ਨਾਮ ਗਾਥਾ ਹੈ। ਇਹ ਵੱਖਰੀ ਗੱਲ ਹੈ ਕਿ ਬੋਧੀਆਂ ਨਾਲ ਗੱਲਬਾਤ ਕਰਕੇ ਕੁਝ ਸੱਜਣਾਂ ਨੇ, ਸਨਾਤਨਵਾਦੀਆਂ ਨੇ, ਉਹਨਾਂ ਨੂੰ ਇਹ ਕਿਹਾ ਵੀ ਤੁਹਾਡੇ ਗ੍ਰੰਥ ਅਸੀਂ ਸੰਸਕ੍ਰਿਤ ਭਾਸ਼ਾ ਵਿੱਚ ਕਨਵਰਟ ਕਰ ਦਿੰਦੇ ਹਾਂ, ਇਹਨਾਂ ਨੂੰ ਬਹੁਤ ਸਾਰੇ ਲੋਕ ਪੜ੍ਹਨਗੇ ਅਤੇ ਤੁਹਾਡਾ ਜਿਹੜਾ ਧਰਮ ਹੈ ਬਹੁਤ ਦੂਰ ਤੱਕ ਹੋਰ ਵਧੇਗਾ, ਫੈਲੇਗਾ। ਇਹ ਇੱਕ ਉਹਨਾਂ ਦੀ ਚਾਲ ਸੀ। ਬੋਧੀ ਉਸ ਚਾਲ ਵਿੱਚ ਆ ਗਏ ਅਤੇ ਬੋਧੀਆਂ ਦੇ ਗ੍ਰੰਥ ਜਿਹੜੇ ਸਨ ਉਹਨਾਂ ਨੂੰ ਕਨਵਰਟ ਕਰਦਾ ਗਿਆ ਸੰਸਕ੍ਰਿਤ ਭਾਸ਼ਾ ਵਿੱਚ, ਅਤੇ ਉਹਨਾਂ ਦੇ ਆਪਣੇ ਜਿਹੜੇ ਗ੍ਰੰਥ ਰਹਿ ਗਏ ਪਾਲੀ ਭਾਸ਼ਾ ਵਿੱਚ, ਜਾਂ ਜਿਹਨੂੰ ਗਾਥਾ ਭਾਸ਼ਾ ਕਹੀ ਜਾਂਦਾ ਸੀ, ਕਿਉਂਕਿ ਇਸ ਭਾਸ਼ਾ ਵਿੱਚ ਸੰਸਕ੍ਰਿਤ ਦੇ, ਪਾਲੀ ਦੇ ਅਤੇ ਹੋਰ ਕਈ ਬੋਲੀਆਂ ਦੇ ਸ਼ਬਦ ਮਿਲਦੇ ਹਨ। ਜਿਹੜੀ ਗਾਥਾ ਹੈ ਇਹ ਇਸ ਤਰ੍ਹਾਂ ਬੋਧੀਆਂ ਦੇ ਗ੍ਰੰਥ ਜਿਹੜੇ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਨਾ ਰਹੇ, ਸੰਸਕ੍ਰਿਤ ਭਾਸ਼ਾ ਵਿੱਚ ਹੋ ਗਏ, ਜਿਹਨੂੰ ਸਮਝਣਾ ਹੋਰ ਵੀ ਕਠਿਨਗਾਹ ਹੋ ਗਿਆ। ਅਤੇ ਹੌਲੀ ਹੌਲੀ ਹਿੰਦੁਸਤਾਨ ਵਿੱਚ ਜਿਹੜਾ ਬੁੱਧ ਧਰਮ ਹੈ ਇਹਦਾ ਲਗਭਗ ਭੋਗ ਹੀ ਪੈ ਗਿਆ, ਖਤਮ ਹੀ ਹੋ ਗਿਆ। ਅਤੇ ਇਸ ਤਰ੍ਹਾਂ ਗੁਰਮੁਖੋ ਸਨਾਤਨਵਾਦੀ ਲੋਕ ਜਿਹੜੇ ਹਨ ਸਿੱਖੀ ਦੇ ਮਗਰ ਵੀ ਹਨ, ਵੀ ਸਿੱਖੀ ਨੂੰ ਵੀ ਜਿਸ ਤਰ੍ਹਾਂ ਬੁੱਧ ਧਰਮ ਖਤਮ ਕੀਤਾ ਹੈ, ਜੈਨ ਧਰਮ, ਪਾਰਸੀ ਧਰਮ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਜਿਹੜਾ ਮਲੀਆਮੇਟ ਕੀਤਾ ਹੈ, ਸਿੱਖੀ ਦੇ ਮਗਰ ਵੀ ਉਹ ਇਸ ਤਰ੍ਹਾਂ ਲੱਗੇ ਹੋਏ ਹਨ ਕਿ ਇਸ ਧਰਮ ਨੂੰ ਵੀ ਜਾਂ ਤਾਂ ਹਿੰਦੂ ਧਰਮ ਵਿੱਚ ਕਨਵਰਟ ਕਰ ਦਈਏ ਜਾਂ ਉਹਨੂੰ ਭਾਰੀ ਸੱਟ ਪਹੁੰਚਾਈ ਜਾਵੇ। ਇਸ ਪਾਸੇ ਉਹਨਾਂ ਦਾ ਯਤਨ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਹੀ ਲੱਗਾ ਚੱਲਿਆ ਆ ਰਿਹਾ ਹੈ। ਯਤਨ ਉਸੇ ਸਮੇਂ ਤੋਂ ਸ਼ੁਰੂ ਹੋ ਚੁੱਕੇ ਸਨ। ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਆਹ ਜਨੇਊ ਹੈ ਇੱਥੇ ਪਿਆ, ਮੈਂ ਨਹੀਂ ਪਾਉਂਦਾ,
ਤੀਰਥਾਂ ਪਰ ਜਾਣਾ ਮੇਰਾ ਕਰਮ ਨਹੀਂ ਹੈ, ਵਰਤ ਰੱਖਣਾ ਮੇਰਾ ਕਰਮ ਨਹੀਂ ਹੈ, ਮਾਲਾ ਫੇਰਨੀ ਮੇਰਾ ਕਰਮ ਨਹੀਂ ਹੈ, ਮੱਥੇ ਟਿੱਕਾ ਲਾਉਣਾ ਮੇਰਾ ਕਰਮ ਨਹੀਂ ਹੈ, ਤਿਲਕ ਜੰਝੂ ਧਾਰਨ ਕਰਨਾ ਮੇਰਾ ਕਰਮ ਨਹੀਂ ਹੈ। ਤੇ ਉਸੇ ਸਮੇਂ ਤੋਂ ਹੀ ਜਿਹੜੇ ਸਨਾਤਨਵਾਦੀ ਲੋਕ ਸਨ ਉਹ ਸਤਿਗੁਰੂ ਪਾਤਸ਼ਾਹੀ ਵਿਚਾਰਧਾਰਾ ਦੇ ਉਲਟ ਹੋ ਗਏ ਸਨ, ਤੇ 10ਵੇਂ ਪਾਤਸ਼ਾਹ ਤੱਕ ਉਹਨਾਂ ਨੇ ਪਿੱਛਾ ਕੀਤਾ, ਯਤਨ ਕੀਤੇ ਫੁੱਟ ਪਾਉਣ ਦੇ, ਔਰ ਉਹ ਥੋੜਾ ਕਾਮਯਾਬ ਹੀ ਰਹੇ, ਪਰ ਪੂਰਨ ਤੌਰ ਤੇ ਕਾਮਯਾਬ ਨਾ ਹੋ ਸਕੇ ਗੁਰੂ ਸਾਹਿਬਾਨ ਦੇ ਹੁੰਦਿਆਂ। ਪਰ 10ਵੇਂ ਪਾਤਸ਼ਾਹ ਤੋਂ ਬਾਅਦ ਕੋਈ ਹੁਣ ਡਰ ਨਹੀਂ ਰਹਿ ਗਿਆ। ਇਸ ਕਰਕੇ ਸਨਾਤਨਵਾਦੀ ਆਪਣਾ ਪੂਰਾ ਤਾਣ, ਪੂਰਾ ਜ਼ੋਰ ਲਾ ਕੇ ਸਿੱਖਾਂ ਨੂੰ ਬ੍ਰਾਹਮਣਵਾਦੀ ਗਲਬੇ ਥੱਲੇ ਲਿਆਉਣ ਵਾਸਤੇ ਯਤਨਸ਼ੀਲ ਹਨ। ਤੇ ਇਸੇ ਕਰਕੇ ਹੀ ਨਿਤਨੇਮ ਬਦਲਿਆ ਗਿਆ, ਇਸੇ ਕਰਕੇ ਹੀ ਅਰਦਾਸ ਵਿੱਚ ਦੁਰਗਾ ਦੀ ਪੌੜੀ ਪਾਈ ਗਈ। ਇਹ ਸਿਰਫ ਸਿੱਖੀ ਨੂੰ ਬ੍ਰਾਹਮਣਵਾਦੀ ਲਪੇਟ ਵਿੱਚ ਲਿਆਉਣ ਵਾਸਤੇ ਸਭ ਕੁਝ ਕੀਤਾ ਜਾ ਚੁੱਕਾ ਹੈ, ਤੇ ਸਿੱਖ ਇਸ ਲਪੇਟ ਵਿੱਚ ਆ ਚੁੱਕੇ ਹਨ। ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਸ਼ਰੀਕ ਜਿਹੜਾ ਉਹ ਵੀ ਬਣਾ ਦਿੱਤਾ ਗਿਆ ਹੈ, ਤਾਂ ਜੋ ਸਿੱਖਾਂ ਦਾ ਮਨ ਜਿਹੜਾ ਉਹ ਡਿਵਾਈਡ ਹੋ ਜਾਏ, ਉਹ ਇਹਨਾਂ 'ਚ ਫੁੱਟ ਪੈ ਜਾਏ। ਕੁਛ ਦਸ਼ਕਨਾਥ ਨੂੰ ਮੰਨਣਗੇ ਤੇ ਕੁਛ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਗੇ, ਇਹਨਾਂ ਦਾ ਟਕਰਾਅ ਹੋਏਗਾ, ਇਹਨਾਂ 'ਚ ਫੁੱਟ ਪੈਗੀ। ਤੇ ਵਾਕਿਆ ਹੀ ਉਹ ਫੁੱਟ ਦੇ ਬੀਜ ਜਿਹੜੇ ਉਹਨਾਂ ਨੇ ਬੀਜੇ ਉਹ ਹੁਣ ਉਹਨਾਂ ਦੇ ਦਰਖਤ ਬਣ ਰਹੇ ਹਨ, ਬੀਜ ਪੁੰਗਰ ਰਹੇ ਹਨ, ਲੜਾਈਆਂ ਹੋ ਰਹੀਆਂ ਹਨ। ਸਿੱਖ ਦਾ ਜਿਹੜਾ ਹੈ ਉਹ ਦੁਸ਼ਮਣ ਬਣ ਚੁੱਕਾ ਹੈ ਇਸ ਇਸ਼ੂ ਉੱਤੇ। ਇਹ ਉਹਨਾਂ ਨੇ ਬੀਜ ਬੀਜੇ ਹਨ ਸਿੱਖਾਂ ਵਿੱਚ ਵੀ ਫੁੱਟ ਦੇ। ਇਹ ਸਨਾਤਨਵਾਦੀ ਪ੍ਰਭਾਵ ਦੇ ਨਾਲ ਹੀ ਸਾਰਾ ਕੁਝ ਹੋ ਚੁੱਕਾ ਹੈ। ਗੁਰਮੁਖੋ, ਜਿਸ ਤਰ੍ਹਾਂ ਬੁੱਧ ਧਰਮ ਨੂੰ ਮਲੀਆਮੇਟ ਕੀਤਾ ਗਿਆ, ਉਹਨਾਂ ਦੇ ਗ੍ਰੰਥ ਸੰਸਕ੍ਰਿਤ ਚੇਂਜ ਕਰਨ ਨਾਲ ਸਿੱਖਾਂ ਦੇ ਮਗਰ ਵੀ ਇਸ ਤਰ੍ਹਾਂ ਲੱਗਿਆ ਸਿੱਖਾਂ ਦਾ ਇਤਿਹਾਸ ਵਿਗਾੜਿਆ ਜਾ ਰਿਹਾ, ਪੁਸਤਕਾਂ ਲਿਖੀਆਂ ਜਾ ਰਹੀਆਂ ਹਨ। ਲਗਭਗ more than 6000 books have been written by these people। ਸਿੱਖਾਂ ਦਾ ਧਰਮ ਜਿਹੜਾ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਤੇ ਇਹਦੇ ਬਾਰੇ ਬਹੁਤਾ ਵਿਸਥਾਰ ਨਾਲ ਪੜ੍ਹਨਾ ਹੋਵੇ ਕਿ ਸਨਾਤਨਵਾਦੀ ਸਿੱਖ ਧਰਮ ਦੇ ਬਾਰੇ ਕਿਵੇਂ ਲੱਗੇ ਹੋਏ ਹਨ, ਤਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਉਹਦੀਆਂ ਵੀਡੀਓਜ਼ YouTube ਤੇ ਉਹਨਾਂ ਨੂੰ ਸੁਣੋ, ਤਾਂ ਫਿਰ ਸ਼ਾਇਦ ਚਾਨਣਾ ਹੋ ਜਾਏ, ਗਿਆਨ ਦਾ ਤੀਜਾ ਨੇਤਰ ਖੁੱਲ੍ਹ ਜਾਏ ਕਿ ਬ੍ਰਾਹਮਣਵਾਦ ਜਾਂ ਸਨਾਤਨਵਾਦ ਸਿੱਖੀ ਵਿੱਚ ਕਿਸ ਤੱਕ ਪ੍ਰਵੇਸ਼ ਕਰ ਚੁੱਕਾ ਹੈ। ਕਰਪੂਰ ਪੋਹਪ ਸੁਗੰਧਾ ਪਰਸ਼ ਮਨੁੱਖਯ ਦੇਹੰ ਮਲੀਣੰ। ਚੀਜ਼ਾਂ ਵਧੀਆ ਹਨ ਇਹ ਕਪੂਰ, ਇਹ ਚੀਜ਼ਾਂ ਖੁਸ਼ਬੂ ਵਾਲੀਆਂ ਹਨ। ਮੁਸ਼ ਕਪੂਰ, ਫੁੱਲ, ਪੋਹਪ ਫੁੱਲ, ਸੁਗੰਧੀ ਵਾਲੀਆਂ ਚੀਜ਼ਾਂ ਜਿੰਨੀਆਂ ਸਰੀਰ ਨੂੰ ਇਹ ਲੱਗਦੀਆਂ ਹਨ ਜਦੋਂ ਇਹ ਮੈਲੀਆਂ ਹੋ ਜਾਂਦੀਆਂ। ਪਰਸ਼ ਮਨੁੱਖਯ ਦੇਹੰ ਮਲੀਣੰ, ਇਹ ਸੁਗੰਧੀਆਂ ਦੀ ਫਿਰ ਉਹ ਸੁਗੰਧੀ ਨਹੀਂ ਰਹਿ ਜਾਂਦੀ ਜਦੋਂ ਸਰੀਰ ਨੂੰ ਟੱਚ ਕਰਦੀਆਂ ਹਨ। ਕਿਉਂਕਿ ਮਜਾ ਰੁਧਿਰ ਦੁਰਗੰਧਾ ਨਾਨਕ ਆਥੀ ਗਰਬੇਣ ਅਗਿਆਨਣੋ। ਤੇ ਮਨੁੱਖ ਦੇ ਸਰੀਰ ਵਿੱਚ ਕੀ ਹੈ? ਮੱਝਾ ਮਿੱਝ ਹੈ, ਰੁਧਿਰ ਲਹੂ ਹੈ। ਰੁਧਿਰ ਇਹਦਾ ਮਤਲਬ ਹੈ ਖੂਨ। ਰੁਧਿਰ ਸੰਸਕ੍ਰਿਤ ਵਿੱਚ ਲਹੂ ਨੂੰ ਕਿਹਾ ਜਾਂਦਾ ਹੈ ਰੁਧਿਰੰ, ਖੂਨ ਹੈ। ਮੱਝਾ ਹੈ, ਮੱਝਾ ਦਾ ਮਤਲਬ ਮਿੱਝ ਹੈ, ਚਿਕਨਾਈ ਹੈ। ਸੰਸਕ੍ਰਿਤ ਕਿਹਾ ਜਾਂਦਾ ਇਸ ਨੂੰ ਮੱਜਨ, ਮੈਰੋ ਆਫ ਦਾ ਬੋਨਸ ਐਂਡ ਫਲੈਸ਼। ਮਿੱਝ ਹੈ, ਲਹੂ ਹੈ, ਹੋਰ ਦੁਰਗੰਧੀਆਂ ਹਨ, ਦੁਰਗੰਧਾ। ਤੇ ਫਿਰ ਵੀ ਆਥੀ ਦਾ ਮਤਲਬ ਹੈ ਫਿਰ ਵੀ, ਇਸ ਉੱਤੇ ਵੀ ਫਿਰ ਵੀ ਇਹ ਜਿਹੜਾ ਮਨੁੱਖ ਹੈ ਅਗਿਆਨੀ ਹੈ, ਇਹਦੇ ਉੱਤੇ ਸਰੀਰ ਤੇ ਮਾਣ ਕਰਦਾ ਪਿਆ। ਗਰਵੇਣ ਅਗਿਆਨਣੋ, ਇਹ ਅਗਿਆਨੀ ਮਨੁੱਖ ਫਿਰ ਵੀ ਇਸ ਸਰੀਰ ਦੇ ਉੱਤੇ ਗਰਵ ਕਰਦਾ ਪਿਆ ਹੈ, ਮਾਣ ਕਰਦਾ ਪਿਆ ਹੈ। ਇਹਦਾ ਮਤਲਬ ਸਰੀਰ ਦਾ ਮਾਣ ਕਰਨਾ ਇਹ ਮੂਰਖਤਾ ਵਾਲੀ ਗੱਲ ਹੈ। ਅੰਦਰ ਤਾਂ ਮੈਲਾ ਹੀ ਮੈਲਾ ਹੈ, ਤੇ ਜਿਹਦੇ ਨਾਲ ਛੂਹ ਕੇ ਸੁਗੰਧੀਆਂ ਵੀ ਉਹ ਦੁਰਗੰਧੀਆਂ ਵਿੱਚ ਬਦਲ ਜਾਂਦੀਆਂ ਹਨ। ਹੋਰ ਹੈ ਕਿ ਤੇ ਇਸ ਦਾ ਮਾਣ ਕਰਨਾ ਉਹ ਮੂਰਖ ਬਣਾ ਹੈ। ਪਰਮਾਣੋ ਪਰਜੰਤ ਆਕਾਸ਼ः ਦੀਪ ਲੋ ਸ਼ਿਖੰਡਣः ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿੱਧਯਤੇ। ਪਰਮਾਣੂ ਦਾ ਮਤਲਬ ਹੈ ਐਟਮ, ਪਰਮਾਣੂ ਬਹੁਤ ਛੋਟਾ ਜਿਹਾ ਬਰੀਕ ਐਟਮ। ਪਰਜੰਤ ਭਾਵ ਹੈ ਆਖਰੀ ਹੱਦ, ਸੀਮਾ, ਅੰਤਮ ਸੀਮਾ।
ਪਰਮਾਣੋ ਪਰਜੰਤ ਆਕਾਸ਼ਹ। ਤੋ ਮਨੁੱਖ ਜੇ ਇਹ ਛੋਟਾ ਜਿਹਾ ਅਣੂ ਹੀ ਬਣ ਜਾਏ, ਪਰਮਾਣੂ ਬਣ ਜਾਏ, ਪਰਜੰਤ ਆਕਾਸ਼ਾ, ਤੇ ਇਸ ਤਰ੍ਹਾਂ ਬਣ ਕੇ ਆਕਾਸ਼ਾਂ ਤੱਕ ਇਹ ਘੁੰਮੇ ਜਾ ਕੇ, ਦੀਪ ਲੋ ਸ਼ਿਖੰਡਣ, ਆਕਾਸ਼ਾਂ ਤੱਕ ਸਾਰੇ ਦੀਪਾਂ, ਲੋਕਾਂ ਤੇ ਪਹਾੜਾਂ ਉੱਪਰ ਇਹ ਚਲੇ ਜਾਵੇ, ਅੱਖ ਦੇ ਫੋਰ ਵਿੱਚ ਹੀ ਉੱਥੋਂ ਹੋ ਕੇ ਆ ਜਾਏ। ਇਹ ਪਰਮਾਣੂ ਬਣ ਕੇ ਸਰੀਰ ਜਿਹੜਾ ਹੈ, ਇਹ ਪਰਮਾਣੂ ਬਣ ਕੇ ਮਨੁੱਖ ਛੋਟਾ ਜਿਹਾ ਬਣ ਕੇ, ਜਿਵੇਂ ਜੋਗੀ ਸਿੱਧ ਲੋਕ ਬਣ ਜਾਂਦੇ ਹਨ, ਉੱਡ ਕੇ ਜਾ ਕੇ ਘੁੰਮ ਕੇ ਵੀ ਆ ਜਾਏ। ਇੰਨਾ ਕੁਛ ਹੁੰਦਿਆਂ ਵੀ ਗਸ਼ੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧੇ। ਤੇ ਇੰਨਾ ਕੁਛ ਹੁੰਦਿਆਂ ਹੋਇਆਂ ਵੀ ਗੁਰੂ ਦੇ ਬਿਨਾ ਜਿਹੜਾ ਜੀਵਨ ਹੈ ਉਹ ਸਫਲ ਨਹੀਂ ਹੁੰਦਾ। ਬਿਨਾ ਸਾਧੂ ਨਾ ਸਿੱਧੇ। ਤੇ ਗਸ਼ੇਣ ਦਾ ਮਤਲਬ ਤੁਰਿਆਂ, ਇੰਨਾ ਘੁੰਮਿਆ ਹੋਇਆ, ਤੁਰਿਆ ਹੋਇਆ ਵੀ ਨੈਣ ਭਾਰੇਣ, ਅੱਖ ਦੇ ਫੋਰ ਵਿੱਚ, ਨੈਣ ਭਰੇਣ ਤੋਂ ਅੱਖ ਦੇ ਫੋਰ ਵਿੱਚ ਇੱਥੋਂ ਤੱਕ ਗਿਆ ਹੋਇਆ, ਤੁਰਿਆ ਹੋਇਆ, ਉੱਚੀਆਂ ਉਡਾਰੀਆਂ ਲਾ ਕੇ ਫਿਰ ਮੁੜ ਕੇ ਆ ਜਾਣਾ। ਇਹਦੇ ਨਾਲ ਵੀ ਸਤਿਗੁਰੂ ਕਹਿੰਦੇ ਹਨ ਇਹ ਮਨੁੱਖਾ ਸਰੀਰ ਦਾ ਮਾਣ ਦੂਰ ਨਹੀਂ ਹੁੰਦਾ। ਗੁਰੂ ਤੋਂ ਬਿਨਾਂ ਜੀਵਨ ਸਫਲ ਨਹੀਂ ਹੁੰਦਾ। ਭਾਵੇਂ ਜਿੰਨਾ ਮਰਜ਼ੀ ਇਸ ਤਰ੍ਹਾਂ ਪਰਮਾਣੂ ਬਣ ਕੇ ਕੋਈ ਉੱਚੀਆਂ ਆਕਾਸ਼ਾਂ ਵਿੱਚ ਘੁੰਮ ਕੇ ਆ ਜਾਏ। ਜਾਣੋ ਸਤਿ ਹੋਵੰਤੋ ਮਰਨੋ ਦ੍ਰਿਸ਼ਟੇਣ ਮਿਥਿਆ। ਸਤ ਦਾ ਮਤਲਬ ਹੈ ਜਿਹੜਾ ਅਟਲ ਹੈ, ਸਤਿ। ਇਸ ਕਰਕੇ ਮੂਲ ਮੰਤਰ ਜਿਵੇਂ ਮੰਗਲਾਚਰਨ ਹੈ, ਮੂਲ ਮੰਤਰ ਵੈਸੇ ਮੂੰਹ 'ਚ ਨਿਕਲਦਾ ਹੈ, ਪਰ ਮੂਲ ਮੰਤਰ ਦਾ ਨਾਂ ਨਹੀਂ ਹੈ, ਚੱਲ ਚੁੱਕਾ ਹੈ। ਇਹਦਾ ਅਸਲ ਨਾਂ ਹੈ ਮੰਗਲਾਚਰਨ, ਮੰਗਲ ਜਾਂ ਮੰਗਲਾਚਰਨ। ਮੂਲ ਮੰਤਰ ਕਹਿਣਾ ਸ਼ੋਭਦਾ ਨਹੀਂ ਇਸ ਨੂੰ, ਕਿਉਂਕਿ ਇਹ ਮੂਲ ਮੰਤਰ ਨਹੀਂ ਹੈ। ਮੂਲ ਮੰਤਰ ਤਾਂ ਪ੍ਰਭੂ ਦਾ ਨਾਮ ਹੁੰਦਾ ਹੈ। ਇਹ ਹੈ ਮੰਗਲਾਚਰਨ, ਮੰਗਲ ਕਰਨਾ। ਉਹਦੇ ਵਿੱਚ ਸ਼ਬਦ ਆਇਆ ਸਤਿ, ਇੱਕ ਓੰਕਾਰ ਸਤਿ, ਤਾਂ ਤੈਨੂੰ ਚਾਰੀਨ ਵਾਲਾ ਹੈ ਸਤਿ, ਸੇਮ ਵਰਡ ਇੱਥੇ ਹੈ। ਇਹਦਾ ਮਤਲਬ ਸੰਸਕ੍ਰਿਤ ਵਿੱਚੋਂ ਬਣਿਆ ਹੈ ਸਤਿ, ਇਹਦਾ ਮਤਲਬ ਅਟਲ, ਸਤਿ। ਜਾਣੋ ਸਤਿ ਹਵੰਤੋ ਮਰਣੋ, ਇਹ ਮਰਣੋਂ ਤੱਕ ਜਾ ਕੇ ਰੁਕਣਾ। ਜਾਣੋ ਸਤਿ ਹਵੰਤੋ ਮਰਣੋ ਦ੍ਰਿਸ਼ਟੇਣ ਮਿਥਿਆ। ਜੋ ਕੁਝ ਦਿਸ ਰਿਹਾ ਹੈ ਉਹ ਤਾਂ ਨਾਸ਼ਵੰਤ ਹੈ, ਮਿਥਿਆ ਹੈ। ਤੇ ਜਿਹੜਾ ਮਰਨਾ ਹੈ, ਮੌਤ ਹੈ, ਇਹਨੂੰ ਜਾਣੋ, ਮੈਨੇ ਇਹਨੂੰ ਸੱਚ ਕਰਕੇ ਜਾਣੋ, ਇਹ ਅਟਲ ਹੈ। ਮੌਤ ਦਾ ਆਉਣਾ ਅਟਲ ਸਮਝੋ। ਜੋ ਦਿਸ ਰਿਹਾ ਹੈ ਜਗਤ ਹੈ, ਦ੍ਰਿਸ਼ਟੇਣ ਮਿਥਿਆ। ਜੋ ਜਗਤ ਦਿਸ ਰਿਹਾ ਹੈ ਇਹ ਤਾਂ ਨਾਸ਼ਵੰਤ ਹੈ। ਕੀਰਤੀ ਸਾਥ ਚਲੰਥੋ ਪਣੰਤੀ ਨਾਨਕ ਸਾਧ ਸੰਗੇਣ। ਨਾਲ ਚੱਲਣ ਵਾਲੀ ਵਸਤੂ ਉਹ ਕੇਵਲ ਤੇ ਕੇਵਲ ਕੀਰਤੀ ਹੈ, ਪ੍ਰਭੂ ਦੀ ਸਿਫਤ ਸਲਾਹ ਹੈ। ਗੁਰਮੁਖੋ ਇਹਨੂੰ ਕੀਰਤ ਨਹੀਂ ਪੜ੍ਹਨਾ। ਕੀਰਤ ਇੱਕ ਭੱਟ ਦਾ ਨਾਂ ਹੈ। 11 ਭੱਟਾਂ ਵਿੱਚੋਂ ਇੱਕ ਭੱਟ ਦਾ ਨਾਂ ਕੀਰਤ ਹੈ। ਇੱਥੇ ਉਹ ਭੱਟ ਦਾ ਨਾਂ ਨਹੀਂ, ਇੱਥੇ ਕੀਰਤੀ ਹੈ, ਤਾਂ ਤੈਨੂੰ ਸਿਆਰੀ ਹੈ, ਜਿਹਦਾ ਅਰਥ ਹੈ ਸਿਫਤ ਸਲਾਹ। ਇਹੀ ਨਾਲ ਜਾਣ ਵਾਲੀ ਚੀਜ਼ ਹੈ, ਬਾਕੀ ਸਭ ਕੁਛ ਨਾਸ਼ਵਾਨ ਹੈ, ਮਿਥਿਆ ਹੈ। ਪਣੰਤੀ ਨਾਨਕ ਸਾਧ ਸੰਗੇਣ। ਤੋ ਇਹ ਸਾਧ ਸੰਗਤ ਦੇ ਸਹਾਰੇ ਨਾਲ ਇਹ ਕੀਰਤੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ, ਸਿਫਤ ਸਲਾਹ ਕੀਤੀ ਜਾਂਦੀ ਹੈ। ਮਾਇਆ ਚਿਤ ਭਰਮੇਣ ਇਸ਼ਟ ਮਿਤਰੇ ਕੁਬਾਂਧਵਹ। ਲਬਧਯੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ। ਮਾਇਆ ਚਿਤ ਭਰਮੇਣ, ਮੋਹ ਮਾਇਆ, ਮਾਇਆ ਦਾ ਮੋਹ, ਮਮਤਾ, ਇਹ ਚਿੱਤ ਨੂੰ ਭਟਕਾਉਣ ਵਾਲੀ ਹੈ, ਚਿੱਤ ਨੂੰ ਭਟਕਾਉਂਦੀ ਹੈ। ਇਸ਼ਟ ਮਿਥਰੇ ਖੁਬਾਂਧਵਹ, ਇਹ ਮਨ ਨੂੰ ਭਟਕਾਉਂਦੀ ਹੈ। ਤੇ ਜੇ ਪਿਆਰੇ ਹਨ, ਇਸ਼ਟ ਮੈਨੇ ਪਿਆਰੇ, ਮਿਤਰੇਖ ਹੋ, ਮਿੱਤਰਾਂ ਵਿੱਚ ਸੰਸਕ੍ਰਿਤ ਸ਼ਬਦ ਹੁੰਦਾ ਹੈ ਮਿਤਰੇਸ਼ੂ। ਮਿਤਰੇਸ਼ੂ ਤੋਂ ਇਹ ਬਣ ਗਿਆ ਮਿਤਰੇਖੋ, ਬਦਲ ਕੇ ਬਣ ਗਿਆ ਕਿਉਂਕਿ ਭਾਸ਼ਾ ਬਦਲ ਗਈ। ਮਿਤਰੇਖੋ ਬਣ ਗਿਆ। ਮਿੱਤਰਾਂ ਵਿੱਚ, ਪਿਆਰਿਆਂ ਵਿੱਚ
ਉਹਨਾਂ ਦੇ ਮੋਹ ਵਿੱਚ ਇਹ ਫਸਾ ਰਹੀ ਹੈ ਮਾਇਆ। ਮਾਇਆ ਚਿਤ ਭਰਮੇਣ ਇਸ਼ਟ ਮਿਤਰੇ ਕੋ ਬਾਂਧਵ, ਰਿਸ਼ਤੇਦਾਰਾਂ ਵਿੱਚ, ਆਪਣੇ ਪਿਆਰਿਆਂ ਵਿੱਚ, ਮਿੱਤਰਾਂ ਵਿੱਚ ਇਹ ਫਸਾ ਰਹੀ ਹੈ, ਉਹਨਾਂ ਦੇ ਮੋਹ ਵਿੱਚ ਇਹ ਬੰਨ ਰਹੀ ਹੈ। ਲਬਦਿਅੰ ਸਾਧ ਸੰਗਣ ਨਾਨਕ ਸੁਖ ਸਥਾਨੰ ਗੋਪਾਲ ਭਜਣੰ। ਤੇ ਇਸ ਤਰ੍ਹਾਂ ਇਹ ਭਟਕਣਾ ਵਿੱਚ ਤਾਂ ਮਨ ਨੂੰ ਸੁੱਖ ਨਹੀਂ ਮਿਲਦਾ, ਤੇ ਨਾਨਕ ਜੇ ਸੁੱਖ ਲੈਣਾ ਹੈ ਤੇ ਕੇਵਲ ਪ੍ਰਭੂ ਦਾ ਭਜਨ ਹੀ ਹੈ, ਇਹਨੂੰ ਕਰਿਆ ਕਰ, ਤੇ ਸਾਧ ਸੰਗਤ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ। ਮੈਲਾ ਗਰ ਸੰਗੇਣ ਨਿਮ ਬਿਰਖ ਸਿਚੰਦਨ, ਨਿਕਟੀ ਬਸੰਤੋ ਬਾਂਸੋ ਨਾਨਕ ਅਹੰ ਬੁੱਧੀ ਨਾ ਬੋਹਤੇ। ਇੱਥੇ ਉਦਾਹਰਨ ਦਿੱਤੀ ਹੈ ਚੰਦਨ ਦੀ ਅਤੇ ਬਾਂਸ ਦੀ। ਮੈਲਾਗਰ ਦਾ ਮਤਲਬ ਹੈ ਮੱਲਿਆਗਰੀ, ਪਹਾੜ ਉੱਤੇ ਉੱਗੇ ਹੋਏ ਚੰਦਨ ਦੇ ਬੂਟੇ ਮੱਲਿਆਗਰ, ਮੱਲਿਆਗਰ ਤੋਂ ਬਣਦਾ ਹੈ ਮੈਲਾਗਰ। ਸੰਗੇਣ ਉਹਨਾਂ ਬੂਟਿਆਂ ਦੇ ਨਾਲ, ਨਿੰਮ ਬਿਰਖ ਸੇ ਚੰਦਨ, ਜਿਹੜੇ ਨਿੰਮ ਦੇ ਬੂਟੇ ਉਹਨਾਂ ਦੇ ਕੋਲ ਉੱਗਦੇ ਹਨ, ਚੰਦਨ ਦੇ ਬੂਟਿਆਂ ਕੋਲ, ਉਹਨਾਂ ਦੀ ਸੰਗਤ ਨਾਲ ਨਿੰਮ ਦੇ ਬੂਟੇ ਵੀ ਚੰਦਨ ਵਰਗੇ ਹੋ ਜਾਂਦੇ ਹਨ, ਖੁਸ਼ਬੂਦਾਰ ਹੋ ਜਾਂਦੇ ਹਨ। ਨਿਕਟੀ ਬਸੰਤੋ ਬਾਂਸੋ, ਪਰ ਉਹਨਾਂ ਦੇ ਨੇੜੇ ਬਾਂਸ ਦੇ ਬੂਟੇ ਵੀ ਹਨ, ਉਹਨਾਂ 'ਚ ਆਕੜ ਇੰਨੀ ਹੈ ਕਿ ਉਹ ਚੰਦਨ ਤੋਂ ਸੁਗੰਧੀ ਲੈਂਦੇ ਹੀ ਨਹੀਂ, ਉਹ ਸੁਗੰਧੀ ਪ੍ਰਾਪਤ ਨਹੀਂ ਕਰਦੇ। ਨਿਕਟੀ ਬਸੰਤੋ ਬਾਂਸੋ ਨਾਨਕ ਅਹਮ ਬੁੱਧੀ ਨਾ ਬੋਹਤੇ, ਉਹ ਆਪਣੇ ਹੰਕਾਰ ਕਾਰਨ, ਅਹਮ ਬੁੱਧੀ ਕਾਰਨ ਬਹੁਤ ਹੀ ਮਨੇ ਸੁਗੰਧਿਤ ਨਹੀਂ ਹੁੰਦੇ। ਨਿਮਰਤਾ ਨਾਲ ਹੀ ਕਿਸੇ ਕੋਲੋਂ ਗੁਣ ਲਿਆ ਜਾ ਸਕਦਾ ਹੈ, ਆਕੜ ਨਾਲ ਨਹੀਂ, ਇਹਦਾ ਇਹ ਭਾਵ ਹੈ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ। ਸੋ ਰੱਬ ਦੀਆਂ ਕਹਾਣੀਆਂ, ਪ੍ਰਭੂ ਦੀਆਂ ਕਹਾਣੀਆਂ, ਗਾਥਾ ਸਿਵਸਲਾ ਦੀਆਂ ਕਹਾਣੀਆਂ, ਉਹਨਾਂ ਨੂੰ ਗੁੰਦਣਾ, ਕਾਵਿ ਰਚਨਾ ਕਰਨੀ, ਲਿਖਣਾ, ਤੇ ਇਹ ਜੋ ਸਿਵਸਲਾ ਦੀਆਂ ਕਹਾਣੀਆਂ ਹਨ, ਇਹਨਾਂ ਨੂੰ ਗੁੰਦਣ ਨਾਲ, ਬਣਾਉਣ ਨਾਲ, ਲਿਖਣ ਨਾਲ, ਪੜ੍ਹਨ ਨਾਲ, ਸੁਣਨ ਨਾਲ ਅਹੰਕਾਰ ਜਿਹੜਾ ਹੈ ਉਹ ਕੁਚਲਿਆ ਜਾਂਦਾ ਹੈ। ਮਥੰ ਮਾਨ ਮਰਦਨ, ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨ। ਸੋ ਕਥਨ ਤੋਂ ਬਾਅਦ ਰੁਕਣਾ ਹੈ। ਮਥੰ ਮਾਨ ਮਰਦਨ, ਕਥਨ ਤੋਂ ਬਾਅਦ ਇੱਥੇ ਟੀਕੇ ਵਾਲਿਆਂ ਨੇ ਦੋ ਡੰਡੀਆਂ ਵੀ ਪਾਈਆਂ ਹੋਈਆਂ ਹਨ ਵਿੱਚ, ਪਰ ਜੋ ਫਰੀਦਕੋਟ ਵਾਲਾ ਟੀਕਾ ਹੈ ਉਹਦੇ ਵਿੱਚ ਦੋ ਡੰਡੀਆਂ ਨਹੀਂ ਹਨ, ਕਥਮ ਮਥਮ ਇਕੱਠਾ ਲਿਖਿਆ ਹੋਇਆ। ਤੇ ਜਿਹੜਾ ਟੀਕਾ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ ਉਹਦੇ ਵਿੱਚ ਕਥਨ ਤੋਂ ਬਾਅਦ ਦੋ ਡੰਡੀਆਂ ਨਾਲ ਦਿਖਾਲੀਆਂ ਗਈਆਂ ਹਨ, ਵਿਸ਼ਰਾਮ ਨਾਲ ਦਿਖਾਲਿਆ ਗਿਆ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਚੀਜ਼ਾਂ ਹਨ ਜਿਹੜੀਆਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ, ਇਸ ਤਰ੍ਹਾਂ ਦੀਆਂ ਇਹ ਚੱਲੀਆਂ ਆ ਰਹੀਆਂ ਨੇ ਲਿਖਤਾਂ ਦੇ ਵਿੱਚ। ਤੋ ਜਿਹੜੀ ਪੋਥੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ, ਉਹਦੇ ਵਿੱਚ ਵੀ ਕਥਮ ਮਥਮ ਜਿਹੜੇ ਇਹਨਾਂ ਵਿਚਕਾਰ ਕੋਈ ਦੋ ਡੰਡੀਆਂ ਨਹੀਂ ਪਾਈਆਂ ਹੋਈਆਂ, ਇਹ ਵੀ ਸਿੱਧਾ ਲਿਖਿਆ ਹੋਇਆ ਹੈ। ਪਰ ਸਾਹਿਬ ਸਿੰਘ ਟੀਕਾ ਜਿਹੜਾ ਹੈ ਉਹਦੇ ਵਿੱਚ ਜਿੱਥੋਂ ਉਹਨਾਂ ਨੇ ਕਿਸੇ ਬੀੜ ਤੋਂ ਦੇਖਿਆ ਹੋਏਗਾ ਉੱਥੋਂ ਉਹਨਾਂ ਨੇ ਜ਼ਰੂਰ ਇਹ ਦੋ ਡੰਡੀਆਂ ਵਿੱਚ ਪਾਈਆਂ ਹੋਈਆਂ ਹਨ। ਇਹ ਸਾਰੇ ਸ਼ਲੋਕ ਦੇ ਵਿੱਚ ਮਥੰ ਮਾਨ ਮਰਦਨ, ਫਿਰ ਹਤਮ ਪੰਚ ਸ਼ਤਰੇਣ, ਸ਼ਤਰੇਣ ਤੋਂ ਬਾਅਦ ਦੋ ਡੰਡੀਆਂ ਪਾਈਆਂ ਹੋਈਆਂ, ਨਾਨਕ ਹਰੀ ਬਾਣੇ ਪ੍ਰਹਾਰਣ। ਤੋ ਇਸ ਤਰ੍ਹਾਂ ਇੱਥੇ ਦੋ ਪੰਕਤੀਆਂ ਸ਼ੋਅ ਕੀਤੀਆਂ ਹਨ ਛਾਪੇ ਵਾਲਿਆਂ ਨੇ, ਪਰ ਟੀਕੇ ਵਿੱਚ ਇਹ ਚਾਰ ਪੰਕਤੀਆਂ ਬਣਾ ਕੇ ਇਸ ਸ਼ਲੋਕ ਨੂੰ ਲਿਖਿਆ ਹੋਇਆ ਹੈ। ਭਾਵੇਂ ਫਰੀਦਕੋਟ ਟੀਕੇ ਵਿੱਚ
ਇਹ ਦੋ ਡੰਡੀਆਂ ਨਹੀਂ ਹਨ। ਸੋ ਕਥਨ ਤੋਂ ਬਾਅਦ ਰੁਕਣਾ ਹੈ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਾ ਹਤੰ ਪੰਜ ਸ਼ਤਰੇਣ। ਜਿਹੜੇ ਪੰਜ ਚੋਰ ਹਨ, ਡਾਕੂ ਹਨ, ਸ਼ਤਰੂ ਹਨ, ਉਹਨਾਂ ਨੂੰ ਵੀ ਇਹ ਫਿਰ ਮਾਰਦੀਆਂ ਹਨ, ਕਾਬੂ ਕਰਦੀਆਂ ਹਨ। ਇਸ ਤਰ੍ਹਾਂ ਕਹਾਣੀਆਂ ਕਰਨੀਆਂ। ਨਾਨਕ ਹਰੀ ਬਾਣੇ ਪ੍ਰਹਾਰਣ। ਇਸ ਤਰ੍ਹਾਂ ਹਰੀ ਦੇ ਨਾਮ ਦੇ ਜਿਹੜੇ ਬਾਣ ਹਨ, ਤੀਰ ਹਨ, ਪ੍ਰਹਾਰਣ ਮੈਨੇ ਚਲਾਉਣ ਨਾਲ, ਹਰੀ ਦੇ ਨਾਮ ਦੇ ਬਾਣ ਚਲਾਉਣ ਨਾਲ ਇਹ ਫਿਰ ਜਿਹੜੇ ਪੰਜ ਚੋਰ ਹਨ ਇਹ ਵੀ ਹੱਤੇ ਜਾਂਦੇ ਹਨ, ਇਹ ਵੀ ਨਾਸ਼ ਹੋ ਜਾਂਦੇ ਹਨ, ਕਾਬੂ ਵਿੱਚ ਆਉਂਦੇ ਹਨ। ਬਚਨ ਸਾਧ ਸੁਖ ਪੰਥਾ ਲਹੰਥਾ ਵਡ ਕਰਮਣ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰੀ ਕੀਰਤਨ। ਬਚਨ ਸਾਧ ਸੁਖ ਪੰਥਾ, ਸਾਧੂਆਂ ਦੇ ਬਚਨ, ਗੁਰੂ ਦੇ ਬਚਨ, ਪ੍ਰਭੂ ਦੀ ਸਿਫਤ ਸਲਾਹ, ਉਹ ਸਾਧ ਸੁਖ ਪੰਥਾ, ਬਚਨ ਸਾਧ ਸੁਖ ਪੰਥਾ, ਉਹ ਸੁੱਖਾਂ ਦਾ ਰਸਤਾ ਹੈ, ਸੁੱਖ ਪ੍ਰਾਪਤ ਕਰਨ ਦਾ ਰਸਤਾ ਹੈ। ਲਹੰਥਾ ਵਡ ਕਰਮਣ। ਪਰ ਇਹ ਬਚਨ ਜਿਹੜੇ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ, ਇਹਨਾਂ ਦੀ ਸਿਫਤ ਸਲਾਹ ਕਰਨੀ ਵੱਡੇ ਭਾਗਾਂ ਨਾਲ ਹੀ ਹੁੰਦੀ ਹੈ, ਹਰ ਕੋਈ ਨਹੀਂ ਕਰ ਸਕਦਾ। ਰਹੰਤਾ ਜਨਮ ਮਰਣੇਨ। ਇਸ ਤਰ੍ਹਾਂ ਸਿਫਤ ਸਲਾਹ ਕਰਨ ਦੇ ਨਾਲ ਜਨਮ ਮਰਨ ਦਾ ਚੱਕਰ ਜਿਹੜਾ ਉਹ ਮੁੱਕ ਜਾਂਦਾ ਹੈ। ਰਮਣੰ ਨਾਨਕ ਹਰੀ ਕੀਰਤਨ। ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ। ਪਤਰ ਪੁਰੀ ਜੈਣ ਝੜੀਆਂ ਨਾ ਜੜੀਆਂ ਪੇੜ ਸੰਪਤਾ ਨਾਮ ਵਿਹੂਣ ਬਿਕਮਤਾ ਨਾਨਕ ਬਹੰਤੀ ਜੋਨੀ ਬਾਸਰੋ ਰਹਿਣੀ। ਪੱਤਰ ਪੁਰੀ ਜੈਣ, ਪੁਰਜਣ ਭੁਰ ਕੇ, ਪੱਤੇ ਭੁਰ ਕੇ, ਝੜੀਆਂ ਝੜਦੇ ਹਨ। ਪੇੜ ਦਾ ਮਤਲਬ ਦਰਖਤ, ਨਾ ਜੜੀਆਂ ਮੁੜ ਕੇ ਉਹਦੇ ਨਾਲ ਲੱਗਦੇ ਨੇ, ਜੜੇ ਨਹੀਂ ਜਾਂਦੇ। ਰੁੱਖਾਂ ਦੇ ਪੱਤਰ ਜਿਵੇਂ ਭੁਰ ਜਾਂਦੇ ਹਨ, ਭੁਰ ਕੇ ਉਹ ਝੜਦੇ ਹੀ ਜਾਂਦੇ ਹਨ ਦਰਖਤਾਂ ਨਾਲੋਂ, ਤੇ ਮੁੜ ਰੁੱਖ ਦੀਆਂ ਟਾਹਣੀਆਂ ਨਾਲ ਉਹ ਜੁੜ ਨਹੀਂ ਸਕਦੇ, ਕਿਉਂਕਿ ਇੱਕ ਵਾਰ ਟੁੱਟ ਗਏ ਹਨ, ਮੁੜ ਉਹ ਜੁੜ ਨਹੀਂ ਸਕਦੇ। ਇਸੇ ਤਰ੍ਹਾਂ ਹੀ ਨਾਮ ਵਿਹੂਣ ਬਿਕਮਤਾ ਨਾਨਕ ਬਹੰਤੀ ਜੋਨੀ ਬਾਸਰੋ ਰਹਿਣੀ। ਨਾਮ ਤੋਂ ਬਿਨਾਂ ਜਿਹੜੇ ਪ੍ਰਾਣੀ ਹਨ ਉਹ ਵੀ ਇਸ ਤਰ੍ਹਾਂ ਦੁੱਖ ਸਹਾਰਦੇ ਹਨ, ਅਤੇ ਦਿਨ ਰਾਤ ਉਹ ਜਿਵੇਂ ਪੱਤੇ ਟੁੱਟੇ ਹੋਏ ਭਟਕਦੇ ਫਿਰਦੇ ਹਨ, ਇਸ ਤਰ੍ਹਾਂ ਹੋਰ ਜੂਨਾਂ ਵਿੱਚ ਉਹ ਭਟਕਦੇ ਰਹਿੰਦੇ ਹਨ ਜਿਹੜੇ ਨਾਮ ਤੋਂ ਟੁੱਟ ਜਾਂਦੇ ਹਨ, ਨਾਮ ਤੋਂ ਸੱਖਣੇ ਹੋ ਜਾਂਦੇ ਹਨ। ਇਹ ਜਿਵੇਂ ਪੱਤੇ ਦਰਖਤ ਨਾਲ ਟੁੱਟ ਜਾਂਦੇ ਹਨ, ਉਹਨਾਂ ਦਾ ਹਾਲ ਹੁੰਦਾ ਹੈ, ਹਾਲੋਂ ਬੇਹਾਲ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਨਾਮ ਨਾਲ ਟੁੱਟ ਕੇ ਵੀ ਪ੍ਰਾਣੀ ਜਨਮਾਂ ਮਰਨਾਂ ਵਿੱਚ ਪਏ ਰਹਿੰਦੇ ਹਨ, ਜਨਮ ਮਰਨ ਵਿੱਚ ਚੱਕਰ ਲਾਉਂਦੇ ਰਹਿੰਦੇ ਹਨ। ਭਾਵਨੀ ਸਾਧ ਸੰਗੇਣ ਲਭੰਤੰ ਬਟ ਭਾਗਣ। ਹਰੀ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨਾ ਵਿਆਪਣ। ਭਾਵਨੀ ਸਾਧ ਸੰਗੇਣ, ਤੋ ਸਾਧ ਸੰਗਤ ਦੁਆਰਾ ਜਿਹੜੀ ਭਾਵਨੀ ਸ਼ਰਧਾ ਹੈ ਇਹ ਵੱਡੇ ਭਾਗਾਂ ਨਾਲ ਮਿਲਦੀ ਹੈ। ਪਹਿਲਾਂ ਸਾਧ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ, ਜੇ ਮਿਲ ਜਾਂਦੀ ਹੈ ਤੇ ਉਹਦੇ ਵਿੱਚ ਬੈਠ ਕੇ ਸ਼ਰਧਾ ਵੀ ਵੱਡੇ ਭਾਗਾਂ ਨਾਲ ਮਿਲਦੀ ਹੈ। ਕਈ ਜਾਂਦੇ ਵੀ ਹਨ, ਉਹ ਵੀ ਸੁੱਕੇ ਰਹਿ ਜਾਂਦੇ ਹਨ, ਸ਼ਰਧਾ ਨਹੀਂ ਉਪਜਦੀ। ਉਸ ਤਰ੍ਹਾਂ ਹੀ ਵੈਰ ਵਿਰੋਧ ਬਣੇ ਰਹਿੰਦੇ ਹਨ। ਉਸੇ ਤਰ੍ਹਾਂ ਹੀ ਅੰਦਰ ਹੰਕਾਰ ਜਿਹੜਾ ਉਹ ਚਿੰਬੜਿਆ ਰਹਿੰਦਾ ਹੈ, ਮੋਹ ਮਾਇਆ ਚੁੰਬੜੀ ਰਹਿੰਦੀ ਹੈ। ਤੋ ਸ਼ਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ, ਜਿਹੜੀ ਪ੍ਰਭੂ ਦੇ ਨਾਮ ਵਿੱਚ ਸ਼ਰਧਾ ਹੈ। ਭਾਵਨੀ ਸਾਧ ਸੰਗੇਣ ਲਭੰਤੰ ਬਟ ਭਾਗਣ। ਹਰੀ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਾ ਵਿਆਪਣ। ਹਰੀ ਦੇ ਨਾਮ ਵਿੱਚ ਜੁੜਿਆਂ ਉਹਨਾਂ ਦੇ ਗੁਣਾਂ ਨੂੰ ਚਿੱਤੇ ਕਰਦਿਆਂ ਫਿਰ ਇਹ ਜੋ ਮੋਹ ਮਾਇਆ ਸੰਸਾਰ ਸਮੁੰਦਰ ਦੀ, ਇਹਦੀ ਤ੍ਰਿਸ਼ਨਾ, ਇਹਦੀ ਅੱਗ ਜਿਹੜੀ ਹੈ ਜੀਵ ਨੂੰ ਸਾੜਦੀ ਨਹੀਂ। ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ। ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ। ਜਨ ਤੇ ਸੰਗਮਹ, ਇਹ ਹਾਏ ਸਿੱਧੇ ਹਨ। ਇਹਨਾਂ ਤੋਂ ਪਹਿਲਾਂ ਜਿਹੜੇ ਅੱਖਰ ਹਨ ਉਹ ਵੀ ਮੁਕਤੇ ਹੀ ਹਨ। ਇਸ ਕਰਕੇ ਜਨੇ, ਸੰਗਮੇ, ਸੰਗਮੈ, ਇਸ ਤਰ੍ਹਾਂ ਪਾਠ ਅੰਦਰ ਰੌਂਗ ਹੈ, ਕਿਉਂਕਿ ਮੁਕਤਾ ਲੱਗਦੇ ਉਚਾਰਨ ਦੇ ਇਹ ਵਿਰੁੱਧ ਹੈ। ਗੂੜ ਦਾ ਮਤਲਬ ਡੂੰਘੀ ਹੈ, ਗਾਥਾ ਡੂੰਘੀ ਹੈ। ਪ੍ਰਭੂ ਦੀ ਸਿਫਤਸਲਾ ਕਰਨੀ ਜਿਹੜੀ ਹੈ ਇਹ ਡੂੰਘੀ ਗਾਥਾ ਹੈ, ਡੂੰਘੀ ਰਮਜ਼ ਦਾ ਕੰਮ ਹੈ। ਗਾਥਾ ਗੂੜ ਅਪਾਰੰ, ਇਸ ਨੂੰ ਕੋਈ ਟਾਵਾਂ ਟਾਵਾਂ ਸਮਝਦਾ ਹੈ। ਸਮਝਣੰ ਬਿਰਲਾ ਜਨ।
ਸੰਸਾਰ ਕਾਮ ਤਜਣੰ, ਸੰਸਾਰ ਦੀਆਂ ਜਿਹੜੀਆਂ ਕਾਮਨਾਵਾਂ ਹਨ ਉਹਨਾਂ ਨੂੰ ਤਿਆਗਣਾ ਜਿਹੜਾ ਹੈ ਇਹ ਸੌਖਾ ਨਹੀਂ ਹੈ। ਨਾਨਕ ਗੋਬਿੰਦ ਰਮਣੰ ਸਾਧ ਸੰਗਮ, ਅਤੇ ਜੇ ਤਿਆਗਣਾ ਹੋਵੇ ਤਾਂ ਫਿਰ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ, ਸਾਧ ਸੰਗ ਵਿੱਚ ਰਹਿ ਕੇ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ ਇਹ ਮੋਹ ਮਾਇਆ ਦੀਆਂ ਜਿਹੜੀਆਂ ਵਾਸ਼ਨਾਵਾਂ ਹਨ ਇਹਨਾਂ ਨੂੰ ਤਿਆਗਿਆ ਜਾ ਸਕਦਾ ਹੈ। ਸੁਮੰਤਰ ਸਾਧਰ ਬਚਨਾ, ਸੁਮੰਤਰ ਸਾਧ ਬਚਨਾ ਕੋਟਿ ਦੋਖ ਵਿਨਾਸ਼ਨਾ। ਸੁਮੰਤਰ ਮਨੇ ਚੰਗੇ ਚੰਗੇ ਮੰਤਰ, ਸ੍ਰੇਸ਼ਟ ਮੰਤਰ, ਚੰਗਾ ਉਪਦੇਸ਼। ਸੋ ਗੁਰੂ ਦੇ ਬਚਨ ਜਿਹੜੇ ਹਨ, ਸਾਧ ਬਚਨਾ ਗੁਰੂ ਦੇ ਬਚਨ ਹਨ, ਸੁਮੰਤਰ ਹਨ, ਉਹ ਚੰਗੇ ਚੰਗੇ ਸ੍ਰੇਸ਼ਟ ਮੰਤਰ ਹਨ, ਉਪਦੇਸ਼ ਹਨ। ਕੋਟਿ ਦੋਖ ਵਿਨਾਸ਼ਨਾ, ਜਿਹੜੇ ਕਰੋੜਾਂ ਦੁੱਖਾਂ ਦਾ ਨਾਸ਼ ਕਰਦੇ ਨੇ। ਹਰੀ ਚਰਨ ਕਮਲ ਧਿਆਨੰ, ਤੇ ਪ੍ਰਭੂ ਦੇ ਚਰਨ ਕਮਲਾਂ ਦੇ ਨਾਲ ਧਿਆਨ ਜੋੜਨਾ। ਨਾਨਕ ਕੁਲ ਸਮੂਹ ਉਦਾਹਰਣ ਹੈ, ਤੇ ਆਪਣੀਆਂ ਸਾਰੀਆਂ ਜਿਹੜੀਆਂ ਕੁਲਾਂ ਹਨ ਉਹਨਾਂ ਦਾ ਉਧਾਰ ਕਰ ਦਿੰਦਾ ਹੈ। ਪ੍ਰਭੂ ਦੇ ਚਰਨਾਂ ਨਾਲ ਧਿਆਨ ਜੋੜਨਾ, ਤੇ ਪ੍ਰਭੂ ਦੇ ਚਰਨ, ਗੁਰੂ ਦੇ ਚਰਨ ਕੇਵਲ ਗੁਰਬਾਣੀ ਹੈ, ਗੁਰੂ ਦੇ ਸ਼ਬਦ ਹਨ। ਇਹਨਾਂ ਨੂੰ ਅਰਥਾਂ ਸਮੇਤ ਸਮਝਣਾ, ਵਿਚਾਰਨਾ, ਸਿੱਖੀ ਵਿਚਾਰਧਾਰਾ ਨੂੰ ਫਾਲੋ ਕਰਨਾ, ਇਹ ਪ੍ਰਭੂ ਦੇ ਚਰਨ, ਗੁਰੂ ਦੇ ਚਰਨ ਹਨ। ਇਹ ਕੁਲਾਂ ਆਧਾਰ ਦਾ ਮਤਲਬ ਹੈ ਸਰੀਰ ਨਾਲ ਲੱਗੀਆਂ ਹੋਈਆਂ ਜਿਹੜੀਆਂ ਇਹ ਇੰਦਰੀਆਂ ਹਨ, ਗਿਆਨ ਇੰਦਰੀਆਂ ਹਨ, ਕਰਮ ਇੰਦਰੀਆਂ ਹਨ, ਇਹਨਾਂ ਨੂੰ ਉਧਾਰ ਦਾ ਮਤਲਬ ਹੈ ਇਹਨਾਂ ਦਾ ਰਸਤਾ ਜਿਹੜਾ ਉਹ ਸਹੀ ਠੀਕ ਬਣ ਜਾਂਦਾ ਹੈ। ਇਹ ਭਟਕਣਾ ਤੋਂ ਬਚਾਉਂਦੀਆਂ, ਫਿਰ ਭਟਕਣਾ ਵਿੱਚ ਨਹੀਂ ਪੈਂਦੀਆਂ, ਬੰਦਾ ਭਟਕਣਾ ਤੋਂ ਬਚਦਾ ਹੈ। ਇਹ ਹੈ ਇਹਨਾਂ ਕੁਲਾਂ ਦਾ ਉਧਾਰ ਕਰਨਾ। ਸੁੰਦਰ ਮੰਦਰ ਸ਼ੈਣ ਹਾਂ ਜੈਣ ਮੱਧੇ ਹਰੀ ਕੀਰਤਨ ਹਾਂ, ਜਿਨ੍ਹਾਂ ਮਕਾਨਾਂ ਵਿੱਚ, ਘਰਾਂ ਵਿੱਚ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ ਅਤੇ ਉਹਨਾਂ ਵਿੱਚ ਵਸਣਾ ਜਿਹੜਾ ਹੈ ਚੰਗਾ ਹੈ, ਉਹਨਾਂ ਘਰਾਂ ਵਿੱਚ ਵਸਣਾ ਹੀ ਚੰਗਾ ਹੈ, ਸੁਹਾਵਣਾ ਹੈ। ਸੁੰਦਰ ਮੰਦਰ ਸ਼ੈਣ ਹਾਂ, ਸ਼ੈਣ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦੇ ਸ਼ਬਦ ਸ਼ੈਨ ਤੋਂ ਬਣਦਾ ਹੈ। ਇਹਦਾ ਮਤਲਬ ਹੈ ਸੋਣਾ, ਸ਼ੈਨ ਕਰਨਾ, ਸੋਣਾ, ਵਸਣਾ, ਅਤੇ ਉਹਨਾਂ ਵਿੱਚ ਵਸਣਾ ਚੰਗਾ ਹੈ। ਜੀਣ ਮੱਧਯ, ਜਿੱਥੇ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ, ਗੁਰਬਾਣੀ ਸ਼ਬਦਾਂ ਦੀ ਵਿਚਾਰ ਹੁੰਦੀ ਹੈ, ਗੁਰੂ ਦੇ ਸ਼ਬਦਾਂ ਦੀ ਵਿਚਾਰ ਹੁੰਦੀ ਹੈ, ਅੰਧਕਾਰ ਦਾ ਨਾਸ਼ ਹੁੰਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਮੁਕਤੇ ਰਮਣ ਗੋਬਿੰਦ ਨਾਨਕ ਲਬਧਿਅੰ ਬੜ ਭਾਗਣ, ਕਿ ਪ੍ਰਭੂ ਨੂੰ ਜੋ ਯਾਦ ਕਰਦੇ ਹਨ ਉਹਨਾਂ ਨੂੰ ਮੁਕਤੇ ਕਿਹਾ ਜਾ ਸਕਦਾ ਹੈ। ਮੁਕਤੇ, ਇਹ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨਹੀਂ ਇੱਥੇ ਹੋ ਰਹੀ, ਜਿਉਂਦੇ ਮੁਕਤੀ ਦੀ ਗੱਲ ਹੋ ਰਹੀ ਹੈ। ਜਿਹੜੇ ਰਮਣ ਕਰਦੇ ਹਨ, ਗੋਬਿੰਦ ਨੂੰ ਯਾਦ ਕਰਦੇ ਹਨ, ਉਹੀ ਦੁਨੀਆ ਦੇ ਮੋਹ ਮਾਇਆ ਤੋਂ ਇੱਥੇ ਉਹਨਾਂ ਨੂੰ ਮੁਕਤ ਕਿਹਾ ਜਾਂਦਾ ਹੈ। ਪਰ ਲਬਧਿਅੰ ਬੜ ਭਾਗਣ, ਇਹ ਜਿਹੜਾ ਸਿਮਰਨ ਹੈ, ਇਹ ਸਿਫਤ ਸਲਾਹ ਹੈ, ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਹਰਿ ਲਬਧੋ ਮਿੱਤਰ ਸੁਮਿਤੋ, ਵਿਦਾਰਨ ਕਦੇ ਨ ਚਿੱਤੋ, ਜਾ ਕਾ ਆਸਥਲੂ ਤੋਲੂ ਅਮਿਤੋ, ਸੁਈ ਨਾਨਕ ਸਖਾ ਜੀ ਸੰਗੇ ਕਿਤੋ। ਇੱਥੇ ਸ਼ਬਦ ਸੱਸੇ ਨੂੰ ਵਾਹ ਪਾ ਕੇ ਲਿਖਿਆ ਹੋਇਆ, ਇਹ ਛਾਪੇ ਵੱਲੋਂ ਮਿਸਟੇਕ ਹੋਈ ਹੈ। ਵਾਹਵੇ ਦੀ ਜਗ੍ਹਾ ਸੱਸੇ ਨੂੰ ਔਂਕੜ ਵੀ ਹੈ ਅਤੇ ਸੱਸੇ ਨੂੰ ਹੋੜਾ ਵੀ ਹੈ। ਅਸਲ ਸ਼ਬਦ ਜਿਹੜਾ ਸੋਈ ਹੁੰਦਾ ਹੈ, ਇੱਥੇ ਪੜ੍ਹਨਾ ਔਂਕੜ ਨਾਲ ਸੂਈ। ਸੁਈ ਨਾਨਕ ਸਖਾ ਜੀ ਸੰਗ ਕਿਤੋ। ਸੋ ਲਬਦੋ ਹਰੀ ਲਬਦੋ ਮਿੱਤਰ ਸੁਮਿਤੋ, ਮੈਂ ਮਿੱਤਰ ਨੂੰ ਲੱਭ ਲਿਆ ਹੈ। ਹਰੀ ਪ੍ਰਭੂ ਸ੍ਰੇਸ਼ਟ ਮਿੱਤਰ ਹੈ, ਮੈਂ ਉਸ ਨੂੰ ਭਾਲ ਲਿਆ ਹੈ। ਵਿਦਾ ਮਿੱਤਰ ਸੁਮਿਤੋ, ਮੈਂ ਉਸ ਨੂੰ ਆਪਣਾ ਮਿੱਤਰ ਬਣਾ ਲਿਆ ਹੈ, ਆਪਣਾ ਸਾਥੀ ਬਣਾ ਲਿਆ ਹੈ। ਸੁਮਿਤੋ ਮੈਨੇ ਸ੍ਰੇਸ਼ਟ ਮਿੱਤਰ। ਵਿਦਾਰਨ ਕਦੇ ਨਾ ਚਿੱਤੋ, ਵਿਦਾਰਨ ਤੋਂ ਭਾਵ ਹੈ ਤੋੜਨਾ, ਫਾੜਨਾ, ਤੇ ਉਹ ਕਦੀ ਮੇਰੇ ਦਿਲ ਨੂੰ ਤੋੜਦਾ ਨਹੀਂ ਹੈ। ਕਹਿ ਸਕਦੇ ਹਾਂ ਦਿਲ ਸ਼ਿਕਨੀ ਉਹ ਨਹੀਂ ਕਰਦਾ, ਦਿਲ ਨੂੰ ਤੋੜਦਾ ਨਹੀਂ ਹੈ। ਵਿਦਾਰਨ ਕਦੇ ਨਾ ਚਿੱਤੋ, ਜਾ ਕਾ ਆਸਥਲ ਤੋਲ ਅਮਿਤੋ, ਤੇ ਜਿਹੜਾ ਟਿਕਾਣਾ ਹੈ ਉਹ ਅਮਿਣਵੇਂ ਤੋਲ ਵਾਲਾ ਹੈ। ਅਸਥਲ ਜਿਹਦਾ ਟਿਕਾਣਾ ਐਸਾ ਹੈ ਜਿਸ ਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ, ਬੇਸ਼ਕੀਮਤੀ ਹੈ, ਅਟਲ ਹੈ।
ਸੋਈ ਨਾਨਕ ਸਖਾ ਜੀ ਸੰਗੇ ਕਿਤੋਂ, ਉਸ ਨੂੰ ਮੈਂ ਇਹ ਨਾਨਕ ਆਖ ਆਪਣੇ ਜੀ ਦਾ ਸਾਥੀ ਬਣਾ ਲਿਆ ਹੈ। ਅਸਲ ਮਿੱਤਰ ਮੇਰਾ ਉਹ ਹੈ। ਅਪ ਜਸ਼ਨ ਮਿਟੰਤ ਸਤਪੁੱਤਰ ਸਿਮਰਤਭਯ ਹਿਰਦੈ ਗੁਰਮੰਤਰਣ। ਆਪ ਜਸ਼ਨ ਮਤਲਬ ਹੈ ਬਦਨਾਮੀ, ਜਸ਼ ਦਾ ਉਲਟ ਹੈ ਆਪ ਜਸ਼, ਬਦਨਾਮੀ ਮਿਟ ਜਾਂਦੀ ਹੈ। ਆਪ ਜੰਸ਼ ਮਿਟੰਤ ਸਤਪੁੱਤਰ, ਇਹਦਾ ਮਤਲਬ ਸਤਪੁੱਤਰ ਤੋਂ ਬਣਦਾ ਹੈ ਸ਼ਬਦ। ਸਤਪੁੱਤਰ ਉਹ ਤੋਂ ਬਣਦਾ ਹੈ ਸਤਪੁੱਤਰ, ਚੰਗਾ ਪੁੱਤਰ। ਬਦਨਾਮੀ ਮਿਟਦੀ ਹੈ, ਜਿਵੇਂ ਕਿਸੇ ਦੇ ਘਰ ਕੋਈ ਚੰਗਾ ਪੁੱਤਰ ਜਨਮ ਲੈ ਲੈਂਦਾ ਹੈ ਤੇ ਉਸ ਕੁਲ ਦੀ ਬਦਨਾਮੀ ਮਿਟਦੀ ਹੈ। ਪਿਛਲੀਆਂ ਜਿਹੜੀਆਂ ਬਦਨਾਮੀਆਂ ਹੁੰਦੀਆਂ ਹਨ ਉਹਦੇ ਕਾਰਨ ਮਿਟ ਜਾਂਦੀਆਂ ਨੇ, ਕਿਉਂਕਿ ਉਹ ਚੰਗੇ ਕੰਮ ਕਰਕੇ ਉਹ ਦਾਗ ਧੋ ਦਿੰਦਾ ਹੈ, ਬਦਨਾਮੀ ਜਿਹੜੀ ਧੁੱਪ ਜਾਂਦੀ ਹੈ। ਅਪ ਜਸ਼ੋਂ ਮਿਟੰਦ ਸਤਪੁੱਤਰ ਸਿਮਰਤਭਯ ਹਿਰਦੈ ਗੁਰਮੰਤਰਣ। ਇਸੇ ਤਰ੍ਹਾਂ ਹੀ ਜਿਹੜੇ ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼ ਜਿਹੜਾ ਹੈ, ਉਹਨੂੰ ਯਾਦ ਕਰਨ ਨਾਲ, ਸਿਮਰਨ ਕਰਨ ਨਾਲ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ। ਜਿਹੜਾ ਪ੍ਰੀਤਮ ਹੈ, ਭਗਵਾਨ ਹੈ, ਜਿਹੜਾ ਅਵਿਨਾਸ਼ੀ ਪ੍ਰਭੂ ਹੈ, ਉਹਨੂੰ ਯਾਦ ਕਰਨ ਨਾਲ, ਉਹਦਾ ਉਪਦੇਸ਼ ਹਿਰਦੇ ਵਿੱਚ ਰੱਖਣ ਨਾਲ, ਟਿਕਾਉਣ ਨਾਲ, ਫਿਰ ਸੰਸਾਰ ਸਮੁੰਦਰ ਦੀ ਮੋਹ ਮਾਇਆ, ਸੰਸਾਰ ਦੀ ਮੋਹ ਮਾਇਆ ਜਿਹੜੀ ਹੈ, ਨਾਨਕ ਸੰਸਾਰ ਸਾਗਰ ਤਾਰਨਾ, ਇਹਦੇ ਵਿੱਚੋਂ ਉਹ ਵੀ ਤਰ ਜਾਂਦਾ ਹੈ। ਉਹ ਵੀ ਆਪਣੇ ਆਪ ਨੂੰ ਮੋਹ ਮਾਇਆ ਦੀ ਲਹਿਰਾਂ ਵਿੱਚੋਂ ਬਚਾ ਲੈਂਦਾ ਹੈ। ਜਿਵੇਂ ਚੰਗਾ ਪੁੱਤਰ ਜੰਮ ਪੈਣ 'ਤੇ ਬਦਨਾਮੀ ਮਿਟ ਜਾਂਦੀ ਹੈ, ਇਸੇ ਤਰ੍ਹਾਂ ਹੀ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਟਿਕਾਉਣ ਦੇ ਨਾਲ, ਸਿਮਰਨ ਭਜਨ ਕਰਨ ਨਾਲ ਜਿਹੜਾ ਜੀਵ ਹੈ ਇਹ ਆਪਣੇ ਆਪ ਨੂੰ ਬੇਕਾਰਾਂ ਦੀ ਬਦਨਾਮੀ ਤੋਂ, ਮੋਹ ਮਾਇਆ ਦੀ ਬਦਨਾਮੀ ਤੋਂ ਬਚਾ ਲੈਂਦਾ ਹੈ। ਮਰਣੰ ਬਿਸਰਣੰ ਗੋਵਿੰਦਹ, ਪ੍ਰਭੂ ਨੂੰ ਭੁੱਲ ਜਾਣਾ ਮੌਤ ਹੈ। ਮਰਣੰ ਹੈ ਮੌਤ ਹੈ, ਬਿਸਰਣੰ ਗੋਵਿੰਦਹ ਜੀਵਨੰ ਹਰਿ ਨਾਮ ਧਿਆਵਣਹ, ਤੇ ਨਾਮ ਨੂੰ ਜਪਣਾ ਹੀ ਜੀਵਨ ਹੈ, ਨਾਮ ਨੂੰ ਭੁੱਲ ਜਾਣਾ ਹੀ ਮੌਤ ਹੈ। ਮੌਤ ਇੱਥੇ ਆਤਮਕ ਮੌਤ ਹੈ, ਜ਼ਮੀਰ ਮਰ ਜਾਂਦੀ ਹੈ, ਆਤਮਕ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਉਹੀ ਇੱਥੇ ਅਰਥ ਹਨ ਇਹਨਾਂ ਦੋਹਾਂ ਪੰਕਤੀਆਂ ਦੇ। ਜੀਵਨੰ ਬਿਸਰਣੰ ਗੋਬਿੰਦਹ, ਮਰਣੰ ਬਿਸਰਣੰ ਗੋਬਿੰਦਹ ਜੀਵਨੰ ਹਰਿ ਨਾਮ ਧਿਆਵਣਹ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ। ਸੋ ਰੱਬ ਦੀਆਂ ਕਹਾਣੀਆਂ, ਪ੍ਰਭੂ ਦੀਆਂ ਕਹਾਣੀਆਂ, ਗਾਥਾ ਸਿਫਤਸਲਾਹ ਦੀਆਂ ਕਹਾਣੀਆਂ, ਉਹਨਾਂ ਨੂੰ ਗੁੰਦਣਾ, ਕਾਵਿ ਰਚਨਾ ਕਰਨੀ, ਲਿਖਣਾ, ਤੇ ਇਹ ਜੋ ਸਿਫਤਸਲਾਹ ਦੀਆਂ ਕਹਾਣੀਆਂ ਹਨ, ਇਹਨਾਂ ਨੂੰ ਗੁੰਦਣ ਨਾਲ, ਬਣਾਉਣ ਨਾਲ, ਲਿਖਣ ਨਾਲ, ਪੜ੍ਹਨ ਨਾਲ, ਸੁਣਨ ਨਾਲ ਅਹੰਕਾਰ ਜਿਹੜਾ ਹੈ ਉਹ ਕੁਚਲਿਆ ਜਾਂਦਾ ਹੈ। ਮਥੰ ਮਾਨ ਮਰਦਨਹ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ। ਸੋ ਕਥਨ ਤੋਂ ਬਾਅਦ ਰੁਕਣਾ ਹੈ। ਮਥੰ ਮਾਨ ਮਰਦਨਹ, ਕਥਨ ਤੋਂ ਬਾਅਦ ਇੱਥੇ ਟੀਕੇ ਵਾਲਿਆਂ ਨੇ ਦੋ ਡੰਡੀਆਂ ਵੀ ਪਾਈਆਂ ਹੋਈਆਂ ਹਨ ਵਿੱਚ। ਪਰ ਜੋ ਫਰੀਦਕੋਟ ਵਾਲਾ ਟੀਕਾ ਹੈ ਉਹਦੇ ਵਿੱਚ ਦੋ ਡੰਡੀਆਂ ਨਹੀਂ ਹਨ, ਕਥਮ ਮਥਮ ਇਕੱਠਾ ਲਿਖਿਆ ਹੋਇਆ। ਤੇ ਜਿਹੜਾ ਟੀਕਾ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ ਹੈ ਉਹਦੇ ਵਿੱਚ ਕਥਨ ਤੋਂ ਬਾਅਦ ਦੋ ਡੰਡੀਆਂ ਨਾਲ ਦਿਖਾਲੀਆਂ ਗਈਆਂ ਹਨ, ਵਿਸ਼ਰਾਮ ਨਾਲ ਦਿਖਾਲਿਆ ਗਿਆ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਚੀਜ਼ਾਂ ਹਨ ਜਿਹੜੀਆਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ, ਇਸ ਤਰ੍ਹਾਂ ਦੀਆਂ ਇਹ ਚੱਲੀਆਂ ਆ ਰਹੀਆਂ ਨੇ ਲਿਖਤਾਂ ਦੇ ਵਿੱਚ। ਤੋ ਜਿਹੜੀ
ਪੋਥੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ, ਉਹਦੇ ਵਿੱਚ ਵੀ ਕਥਨ ਮਥਨ ਜਿਹੜੇ ਇਹਨਾਂ ਵਿਚਕਾਰ ਕੋਈ ਦੋ ਡੰਡੀਆਂ ਨਹੀਂ ਪਾਈਆਂ ਹੋਈਆਂ, ਇਹ ਵੀ ਸਿੱਧਾ ਲਿਖਿਆ ਹੋਇਆ ਹੈ। ਪਰ ਸਾਹਿਬ ਸਿੰਘ ਟੀਕਾ ਜਿਹੜਾ ਹੈ ਉਹਦੇ ਵਿੱਚ ਜਿੱਥੋਂ ਉਹਨਾਂ ਨੇ ਕਿਸੇ ਬੀੜ ਤੋਂ ਦੇਖਿਆ ਹੋਵੇਗਾ ਉੱਥੋਂ ਉਹਨਾਂ ਨੇ ਜ਼ਰੂਰ ਇਹ ਦੋ ਡੰਡੀਆਂ ਵਿੱਚ ਪਾਈਆਂ ਹੋਈਆਂ ਹਨ। ਇਹ ਸਾਰੇ ਸ਼ਲੋਕ ਦੇ ਵਿੱਚ ਮਥੰ ਮਾਨ ਮਰਦਨ, ਫਿਰ ਹਤੰ ਪੰਚ ਸ਼ਤਰੇਣ, ਸ਼ਤਰੇਣ ਤੋਂ ਬਾਅਦ ਦੋ ਡੰਡੀਆਂ ਪਾਈਆਂ ਹੋਈਆਂ, ਨਾਨਕ ਹਰੀ ਬਾਣੇ ਪ੍ਰਹਾਰਣ। ਤਾਂ ਇਸ ਤਰ੍ਹਾਂ ਇੱਥੇ ਦੋ ਪੰਕਤੀਆਂ ਸ਼ੋਅ ਕੀਤੀਆਂ ਹਨ ਛਾਪੇ ਵਾਲਿਆਂ ਨੇ, ਪਰ ਟੀਕੇ ਵਿੱਚ ਇਹ 4 ਪੰਕਤੀਆਂ ਬਣਾ ਕੇ ਇਸ ਸ਼ਲੋਕ ਨੂੰ ਲਿਖਿਆ ਹੋਇਆ ਹੈ। ਭਾਵੇਂ ਫਰੀਦਕੋਟ ਟੀਕੇ ਵਿੱਚ ਇਹ ਦੋ ਡੰਡੀਆਂ ਨਹੀਂ ਹਨ। ਸੋ ਕਥਨ ਤੋਂ ਬਾਅਦ ਰੁਕਣਾ ਹੈ। ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਾ ਹਤੰ ਪੰਚ ਸ਼ਤਰੇਣ, ਜਿਹੜੇ 5 ਚੋਰ ਹਨ, ਡਾਕੂ ਹਨ, ਸ਼ਤਰੂ ਹਨ, ਉਹਨਾਂ ਨੂੰ ਵੀ ਇਹ ਫਿਰ ਮਾਰਦੀਆਂ ਹਨ, ਕਾਬੂ ਕਰਦੀਆਂ ਹਨ। ਇਸ ਤਰ੍ਹਾਂ ਕਹਾਣੀਆਂ ਕਰਨੀਆਂ। ਨਾਨਕ ਹਰੀ ਬਾਣੇ ਪ੍ਰਹਾਰਣ, ਇਸ ਤਰ੍ਹਾਂ ਹਰੀ ਦੇ ਨਾਮ ਦੇ ਜਿਹੜੇ ਬਾਣ ਹਨ, ਤੀਰ ਹਨ, ਪ੍ਰਹਾਰਣ ਮੈਨੇ ਚਲਾਉਣ ਨਾਲ, ਹਰੀ ਦੇ ਨਾਮ ਦੇ ਬਾਣ ਚਲਾਉਣ ਨਾਲ ਇਹ ਫਿਰ ਜਿਹੜੇ 5 ਚੋਰ ਹਨ ਇਹ ਵੀ ਹੱਤੇ ਜਾਂਦੇ ਹਨ, ਇਹ ਵੀ ਨਾਸ਼ ਹੋ ਜਾਂਦੇ ਹਨ, ਕਾਬੂ ਵਿੱਚ ਆਉਂਦੇ ਹਨ। ਬਚਨ ਸਾਧ ਸੁਖ ਪੰਥਾ ਲਹੰਥਾ ਵਡ ਕਰਮਣ, ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰੀ ਕੀਰਤਨ। ਬਚਨ ਸਾਧ ਸੁਖ ਪੰਥਾ, ਸਾਧੂਆਂ ਦੇ ਬਚਨ, ਗੁਰੂ ਦੇ ਬਚਨ, ਪ੍ਰਭੂ ਦੀ ਸਿਫਤ ਸਲਾਹ, ਉਹ ਸਾਧ ਸੁਖ ਪੰਥਾ, ਬਚਨ ਸਾਧ ਸੁਖ ਪੰਥਾ, ਉਹ ਸੁੱਖਾਂ ਦਾ ਰਸਤਾ ਹੈ, ਸੁਖ ਪ੍ਰਾਪਤ ਕਰਨ ਦਾ ਰਸਤਾ ਹੈ। ਲਹੰਥਾ ਵੱਡ ਕਰਮਣ, ਪਰ ਇਹ ਬਚਨ ਜਿਹੜੇ ਵੱਡੇ ਭਾਗਾਂ ਨਾਲ ਹੀ ਮਿਲਦੇ ਹਨ, ਇਹਨਾਂ ਦੀ ਸਿਫਤ ਸਲਾਹ ਕਰਨੀ ਵੱਡੇ ਭਾਗਾਂ ਨਾਲ ਹੀ ਹੁੰਦੀ ਹੈ, ਹਰ ਕੋਈ ਨਹੀਂ ਕਰ ਸਕਦਾ। ਰਹੰਤਾ ਜਨਮ ਮਰਣੇਨ, ਇਸ ਤਰ੍ਹਾਂ ਸਿਫਤ ਸਲਾਹ ਕਰਨ ਦੇ ਨਾਲ ਜਨਮ ਮਰਨ ਦਾ ਚੱਕਰ ਜਿਹੜਾ ਉਹ ਮੁੱਕ ਜਾਂਦਾ ਹੈ। ਰਮਣੰ ਨਾਨਕ ਹਰੀ ਕੀਰਤਨ, ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ। ਪਤਰ ਪੁਰੀ ਜੈਣ ਝੜੀਆਂ ਨਾ ਜੜੀਆਂ ਪੇੜ ਸੰਪਤਾ, ਨਾਮ ਵਿਹੂਣ ਬਿਖਮਤਾ, ਨਾਨਕ ਬਹੰਤੀ ਜੋ ਨਿਬਾਸਰੋ ਰਹਿਣੀ। ਪੱਤਰ ਪੁਰੀ ਜੈਣ, ਪੁਰੀ ਜੈਣ ਭੁਰ ਕੇ, ਪੱਤੇ ਭੁਰ ਕੇ, ਝੜੀਆਂ ਝੜਦੇ ਹਨ। ਪੇੜ ਦਾ ਮਤਲਬ ਦਰਖਤ, ਨਾ ਜੜੀਆਂ ਮੁੜ ਕੇ ਉਹਦੇ ਨਾਲ ਲੱਗਦੇ ਨੇ, ਜੜੇ ਨਹੀਂ ਜਾਂਦੇ। ਰੁੱਖਾਂ ਦੇ ਪੱਤਰ ਜਿਵੇਂ ਭੁਰ ਜਾਂਦੇ ਹਨ, ਭੁਰ ਕੇ ਉਹ ਝੜਦੇ ਹੀ ਜਾਂਦੇ ਹਨ ਦਰਖਤਾਂ ਨਾਲੋਂ, ਤੇ ਮੁੜ ਰੁੱਖ ਦੀਆਂ ਟਾਹਣੀਆਂ ਨਾਲ ਉਹ ਜੁੜ ਨਹੀਂ ਸਕਦੇ, ਕਿਉਂਕਿ ਇੱਕ ਵਾਰ ਟੁੱਟ ਗਏ ਹਨ, ਮੁੜ ਉਹ ਜੁੜ ਨਹੀਂ ਸਕਦੇ। ਇਸੇ ਤਰ੍ਹਾਂ ਹੀ ਨਾਮ ਵਿਹੂਣ ਬਿਖਮਤਾ, ਨਾਨਕ ਬਹੰਤੀ ਜੋ ਨਿਬਾਸਰੋ ਰਹਿਣੀ। ਨਾਮ ਤੋਂ ਬਿਨਾਂ ਜਿਹੜੇ ਪ੍ਰਾਣੀ ਹਨ ਉਹ ਵੀ ਇਸ ਤਰ੍ਹਾਂ ਦੁੱਖ ਸਹਾਰਦੇ ਹਨ, ਅਤੇ ਦਿਨ ਰਾਤ ਉਹ ਜਿਵੇਂ ਪੱਤੇ ਟੁੱਟੇ ਹੋਏ ਭਟਕਦੇ ਫਿਰਦੇ ਹਨ, ਇਸ ਤਰ੍ਹਾਂ ਹੋਰ ਜੂਨਾਂ ਵਿੱਚ ਉਹ ਭਟਕਦੇ ਰਹਿੰਦੇ ਹਨ ਜਿਹੜੇ ਨਾਮ ਤੋਂ ਟੁੱਟ ਜਾਂਦੇ ਹਨ, ਨਾਮ ਤੋਂ ਸੱਖਣੇ ਹੋ ਜਾਂਦੇ ਹਨ। ਇਹ ਜਿਵੇਂ ਪੱਤੇ ਦਰਖਤ ਨਾਲ ਟੁੱਟ ਜਾਂਦੇ ਹਨ, ਉਹਨਾਂ ਦਾ ਹਾਲ ਹੁੰਦਾ ਹੈ, ਹਾਲੋਂ ਬੇਹਾਲ ਹੋ ਜਾਂਦੇ ਹਨ। ਇਸ ਤਰ੍ਹਾਂ ਹੀ ਨਾਮ ਨਾਲ ਟੁੱਟ ਕੇ ਵੀ ਪ੍ਰਾਣੀ ਜਨਮਾਂ ਮਰਨਾਂ ਵਿੱਚ ਪਏ ਰਹਿੰਦੇ ਹਨ, ਜਨਮ ਮਰਨ ਵਿੱਚ ਚੱਕਰ ਲਾਉਂਦੇ ਰਹਿੰਦੇ ਹਨ। ਭਾਵਨੀ ਸਾਧ ਸੰਗੇਣ ਲਭੰਤੰ ਬੜ ਭਾਗਣ, ਹਰੀ ਨਾਮ ਗੁਣ ਰਮਣ, ਨਾਨਕ ਸੰਸਾਰ ਸਾਗਰ ਨਾ ਵਿਆਪਣ। ਭਾਵਨੀ ਸਾਧ ਸੰਗੇਣ, ਤੋ ਸਾਧ ਸੰਗਤ ਦੁਆਰਾ ਜਿਹੜੀ ਭਾਵਨੀ ਸ਼ਰਧਾ ਹੈ ਇਹ ਵੱਡੇ ਭਾਗਾਂ ਨਾਲ ਮਿਲਦੀ ਹੈ। ਪਹਿਲਾਂ ਸਾਧ ਸੰਗਤ ਵੱਡੇ ਭਾਗਾਂ ਨਾਲ ਮਿਲਦੀ ਹੈ, ਜੇ ਮਿਲ ਜਾਂਦੀ ਹੈ ਤੇ ਉਹਦੇ ਵਿੱਚ ਬੈਠ ਕੇ ਸ਼ਰਧਾ ਵੀ ਵੱਡੇ ਭਾਗਾਂ ਨਾਲ ਮਿਲਦੀ ਹੈ। ਕਈ ਜਾਂਦੇ ਵੀ ਹਨ, ਉਹ ਵੀ ਸੁੱਕੇ ਰਹਿ ਜਾਂਦੇ ਹਨ, ਸ਼ਰਧਾ ਨਹੀਂ ਉਪਜਦੀ। ਉਸ ਤਰ੍ਹਾਂ ਹੀ ਵੈਰ ਵਿਰੋਧ ਬਣੇ ਰਹਿੰਦੇ ਹਨ। ਉਸੇ ਤਰ੍ਹਾਂ ਹੀ ਅੰਦਰ ਹੰਕਾਰ ਜਿਹੜਾ ਉਹ ਚਿੰਬੜਿਆ ਰਹਿੰਦਾ ਹੈ, ਮੋਹ ਮਾਇਆ ਚੁੰਬੜੀ ਰਹਿੰਦੀ ਹੈ। ਤੋ ਸ਼ਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ, ਜਿਹੜੀ ਪ੍ਰਭੂ ਦੇ ਨਾਮ ਵਿੱਚ ਸ਼ਰਧਾ ਹੈ। ਭਾਵਨੀ ਸਾਧ ਸੰਗੇਣ ਲਭੰਤੰ ਬੜ ਭਾਗਣ, ਹਰੀ ਨਾਮ ਗੁਣ ਰਮਣੰ, ਨਾਨਕ ਸੰਸਾਰ ਸਾਗਰ ਨਾ ਵਿਆਪਣ। ਹਰੀ ਦੇ ਨਾਮ ਵਿੱਚ ਜੁੜਿਆਂ ਉਹਨਾਂ ਦੇ ਗੁਣਾਂ ਨੂੰ ਚਿੱਤੇ ਕਰਦਿਆਂ ਫਿਰ ਇਹ ਜੋ ਮੋਹ ਮਾਇਆ ਸੰਸਾਰ ਸਮੁੰਦਰ ਦੀ
ਇਹਦੀ ਤ੍ਰਿਸ਼ਨਾ, ਇਹਦੀ ਅੱਗ ਜਿਹੜੀ ਹੈ ਜੀਵ ਨੂੰ ਸਾੜਦੀ ਨਹੀਂ। ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ, ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ। ਜਨਮ ਜਨ ਤੇ ਸੰਗਮਹ, ਇਹ ਹਾਏ ਸਿੱਧੇ ਹਨ। ਇਹਨਾਂ ਤੋਂ ਪਹਿਲਾਂ ਜਿਹੜੇ ਅੱਖਰ ਹਨ ਉਹ ਵੀ ਮੁਕਤੇ ਹੀ ਹਨ। ਇਸ ਕਰਕੇ ਜਨੇ, ਸੰਗਮੇ, ਸੰਗਮੈ, ਇਸ ਤਰ੍ਹਾਂ ਪਾਠ ਅੰਦਰ ਰੋਂਗ ਹੈ, ਕਿਉਂਕਿ ਮੁਕਤਾ ਲੱਗਦੇ ਉਚਾਰਨ ਦੇ ਇਹ ਵਿਰੋਧ ਹੈ। ਗੂੜ ਦਾ ਮਤਲਬ ਡੂੰਘੀ ਹੈ, ਗਾਥਾ ਡੂੰਘੀ ਹੈ। ਪ੍ਰਭੂ ਦੀ ਸਿਫਤਸਲਾ ਕਰਨੀ ਜਿਹੜੀ ਹੈ ਇਹ ਡੂੰਘੀ ਗਾਥਾ ਹੈ, ਡੂੰਘੀ ਰਮਜ਼ ਦਾ ਕੰਮ ਹੈ। ਗਾਥਾ ਗੂੜ ਅਪਾਰੰ, ਇਸ ਨੂੰ ਘਟਾਵਾਂ ਟਾਵਾਂ ਸਮਝਦਾ ਹੈ। ਸਮਝਣੰ ਬਿਰਲਾ ਜਨ, ਸੰਸਾਰ ਕਾਮ ਤਜਣੰ, ਸੰਸਾਰ ਦੀਆਂ ਜਿਹੜੀਆਂ ਕਾਮਨਾਵਾਂ ਹਨ ਉਹਨਾਂ ਨੂੰ ਤਿਆਗਣਾ ਜਿਹੜਾ ਹੈ ਇਹ ਸੌਖਾ ਨਹੀਂ ਹੈ। ਨਾਨਕ ਗੋਬਿੰਦ ਰਮਣੰ ਸਾਧ ਸੰਗਮ, ਤੇ ਜੇ ਤਿਆਗਣਾ ਹੋਵੇ ਤਾਂ ਫਿਰ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ, ਸਾਧ ਸੰਗ ਵਿੱਚ ਰਹਿ ਕੇ ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ ਇਹ ਮੋਹ ਮਾਇਆ ਦੀਆਂ ਜਿਹੜੀਆਂ ਵਾਸ਼ਨਾਵਾਂ ਹਨ ਇਹਨਾਂ ਨੂੰ ਤਿਆਗਿਆ ਜਾ ਸਕਦਾ ਹੈ। ਸੁਮੰਤਰ ਸਾਧ ਰਚਨਾ, ਸੁਮੰਤਰ ਸਾਧ ਬਚਨਾ ਕੋਟਿ ਦੋਖ ਵਿਨਾਸ਼ਨਾ। ਸੁਮੰਤਰ ਮਨੇ ਚੰਗੇ, ਚੰਗੇ ਮੰਤਰ, ਸ੍ਰੇਸ਼ਟ ਮੰਤਰ, ਚੰਗਾ ਉਪਦੇਸ਼। ਸੋ ਗੁਰੂ ਦੇ ਬਚਨ ਜਿਹੜੇ ਹਨ, ਸਾਧ ਬਚਨਾ ਗੁਰੂ ਦੇ ਬਚਨ ਹਨ, ਸੁਮੰਤਰ ਹਨ, ਉਹ ਚੰਗੇ ਚੰਗੇ ਸ੍ਰੇਸ਼ਟ ਮੰਤਰ ਹਨ, ਉਪਦੇਸ਼ ਹਨ। ਕੋਟਿ ਦੋਖ ਵਿਨਾਸ਼ਨਾ, ਜਿਹੜੇ ਕਰੋੜਾਂ ਦੁੱਖਾਂ ਦਾ ਨਾਸ਼ ਕਰਦੇ ਨੇ। ਹਰੀ ਚਰਨ ਕਮਲ ਧਿਆਨੰ, ਤੇ ਪ੍ਰਭੂ ਦੇ ਚਰਨ ਕਮਲਾਂ ਦੇ ਨਾਲ ਧਿਆਨ ਜੋੜਨਾ। ਨਾਨਕ ਕੁਲ ਸਮੂਹ ਉਦਾਹਰਣ ਹੈ, ਤੇ ਆਪਣੀਆਂ ਸਾਰੀਆਂ ਜਿਹੜੀਆਂ ਕੁਲਾਂ ਹਨ ਉਹਨਾਂ ਦਾ ਉਧਾਰ ਕਰ ਦਿੰਦਾ ਹੈ। ਪ੍ਰਭੂ ਦੇ ਚਰਨਾਂ ਨਾਲ ਧਿਆਨ ਜੋੜਨਾ, ਤੇ ਪ੍ਰਭੂ ਦੇ ਚਰਨ, ਗੁਰੂ ਦੇ ਚਰਨ ਕੇਵਲ ਗੁਰਬਾਣੀ ਹੈ, ਗੁਰੂ ਦੇ ਸ਼ਬਦ ਹਨ। ਇਹਨਾਂ ਨੂੰ ਅਰਥਾਂ ਸਮੇਤ ਸਮਝਣਾ, ਵਿਚਾਰਨਾ, ਸਿੱਖੀ ਵਿਚਾਰਧਾਰਾ ਨੂੰ ਫਾਲੋ ਕਰਨਾ, ਇਹ ਪ੍ਰਭੂ ਦੇ ਚਰਨ, ਗੁਰੂ ਦੇ ਚਰਨ ਹਨ। ਇਹ ਕੁਲਾਂ ਆਧਾਰ ਦਾ ਮਤਲਬ ਹੈ ਸਰੀਰ ਨਾਲ ਲੱਗੀਆਂ ਹੋਈਆਂ ਜਿਹੜੀਆਂ ਇਹ ਇੰਦਰੀਆਂ ਹਨ, ਗਿਆਨ ਇੰਦਰੀਆਂ ਹਨ, ਕਰਮ ਇੰਦਰੀਆਂ ਹਨ, ਇਹਨਾਂ ਨੂੰ ਆਧਾਰ ਦਾ ਮਤਲਬ ਹੈ ਇਹਨਾਂ ਦਾ ਰਸਤਾ ਜਿਹੜਾ ਉਹ ਸਹੀ ਠੀਕ ਬਣ ਜਾਂਦਾ ਹੈ। ਇਹ ਭਟਕਣਾ ਤੋਂ ਬਚਾਉਂਦੀਆਂ, ਫਿਰ ਇਹ ਭਟਕਣਾ ਵਿੱਚ ਨਹੀਂ ਪੈਂਦੀਆਂ, ਬੰਦਾ ਭਟਕਣਾ ਤੋਂ ਬਚਦਾ ਹੈ। ਇਹ ਹੈ ਇਹਨਾਂ ਕੁਲਾਂ ਦਾ ਉਧਾਰ ਕਰਨਾ। ਸੁੰਦਰ ਮੰਦਰ ਸ਼ੈਣ ਹਾਂ ਜੈਣ ਮੱਧੇ ਹਰੀ ਕੀਰਤਨ ਹਾਂ, ਜਿਨ੍ਹਾਂ ਮਕਾਨਾਂ ਵਿੱਚ, ਘਰਾਂ ਵਿੱਚ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ ਤੇ ਉਹਨਾਂ ਵਿੱਚ ਵਸਣਾ ਜਿਹੜਾ ਹੈ ਚੰਗਾ ਹੈ, ਉਹਨਾਂ ਘਰਾਂ ਵਿੱਚ ਵਸਣਾ ਹੀ ਚੰਗਾ ਹੈ, ਸੁਹਾਵਣਾ ਹੈ। ਸੁੰਦਰ ਮੰਦਰ ਸ਼ੈਣ ਹਾਂ, ਸ਼ੈਣ ਸ਼ਬਦ ਜਿਹੜਾ ਹੈ ਇਹ ਸੰਸਕ੍ਰਿਤ ਦੇ ਸ਼ਬਦ ਸ਼ਾਇਨ ਤੋਂ ਬਣਦਾ ਹੈ। ਇਹਦਾ ਮਤਲਬ ਹੈ ਸੋਣਾ, ਸ਼ਾਇਨ ਕਰਨਾ, ਸੋਣਾ, ਵਸਣਾ, ਤੇ ਉਹਨਾਂ ਵਿੱਚ ਵਸਣਾ ਚੰਗਾ ਹੈ। ਜੀਣ ਮੱਧਯ, ਜਿੱਥੇ ਪ੍ਰਭੂ ਦੀ ਸਿਫਤ ਸਲਾਹ ਹੁੰਦੀ ਹੈ, ਗੁਰਬਾਣੀ ਸ਼ਬਦਾਂ ਦੀ ਵਿਚਾਰ ਹੁੰਦੀ ਹੈ, ਗੁਰੂ ਦੇ ਸ਼ਬਦਾਂ ਦੀ ਵਿਚਾਰ ਹੁੰਦੀ ਹੈ, ਅੰਧਕਾਰ ਦਾ ਨਾਸ਼ ਹੁੰਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਮੁਕਤੇ ਰਮਣ ਗੋਬਿੰਦਹ ਨਾਨਕ ਲਬਧਿਅੰ ਬੜ ਭਾਗਣ, ਕਿ ਪ੍ਰਭੂ ਨੂੰ ਜੋ ਯਾਦ ਕਰਦੇ ਹਨ ਉਹਨਾਂ ਨੂੰ ਮੁਕਤੇ ਕਿਹਾ ਜਾ ਸਕਦਾ ਹੈ। ਮੁਕਤੇ, ਇਹ ਮਰਨ ਤੋਂ ਬਾਅਦ ਮੁਕਤੀ ਦੀ ਗੱਲ ਨਹੀਂ ਇੱਥੇ ਹੋ ਰਹੀ, ਜਿਉਂਦਿਆਂ ਮੁਕਤੀ ਦੀ ਗੱਲ ਹੋ ਰਹੀ ਹੈ। ਜਿਹੜੇ ਰਮਣ ਕਰਦੇ ਹਨ, ਗੋਬਿੰਦ ਨੂੰ ਯਾਦ ਕਰਦੇ ਹਨ, ਉਹੀ ਦੁਨੀਆ ਦੇ ਮੋਹ ਮਾਇਆ ਤੋਂ ਇੱਥੇ ਉਹਨਾਂ ਨੂੰ ਮੁਕਤ ਕਿਹਾ ਜਾਂਦਾ ਹੈ। ਪਰ ਲਬਧਿਅੰ ਬੜ ਭਾਗਣ, ਇਹ ਜਿਹੜਾ ਸਿਮਰਨ ਹੈ, ਇਹ ਸਿਫਤ ਸਲਾਹ ਹੈ, ਵੱਡੇ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਹਰਿ ਲਬਧੋ ਮਿੱਤਰ ਸੁਮਿਤੋ, ਵਿਦਾਰਣ ਕਦੇ ਨ ਚਿੱਤੋ, ਜਾ ਕਾ ਆਸਥਲੂ ਤੋਲੂ ਅਮਿਤੋ, ਸੁਈ ਨਾਨਕ ਸਖਾ ਜੀ ਸੰਗੇ ਕਿਤੋ। ਇੱਥੇ ਸ਼ਬਦ ਸੱਸੇ ਨੂੰ ਵਾਹ ਪਾ ਕੇ ਲਿਖਿਆ ਹੋਇਆ, ਇਹ ਛਾਪੇ ਵੱਲੋਂ ਮਿਸਟੇਕ ਹੋਈ ਹੈ। ਵਾਹ ਦੀ ਜਗ੍ਹਾ ਸੱਸੇ ਨੂੰ ਔਂਕੜ ਵੀ ਹੈ ਤੇ ਸੱਸੇ ਨੂੰ ਹੋੜਾ ਵੀ ਹੈ। ਅਸਲ ਸ਼ਬਦ ਜਿਹੜਾ ਸੋਈ ਹੁੰਦਾ ਹੈ, ਇੱਥੇ ਪੜ੍ਹਨਾ ਔਂਕੜ ਨਾਲ ਸੂਈ। ਸੁਈ ਨਾਨਕ ਸਖਾ ਜੀ ਸੰਗ ਕਿਤੋ। ਸੋ ਲਬਦੋ ਹਰੀ ਲਬਦੋ ਮਿੱਤਰ ਸੁਮਿਤੋ, ਮੈਂ ਮਿੱਤਰ ਨੂੰ ਲੱਭ ਲਿਆ ਹੈ। ਹਰੀ ਪ੍ਰਭੂ ਸ੍ਰੇਸ਼ਟ ਮਿੱਤਰ ਹੈ,
ਮੈਂ ਉਸ ਨੂੰ ਭਾਲ ਲਿਆ ਹੈ। ਵਿਦਾ ਮਿੱਤਰ ਸਮਿੱਤੋ, ਮੈਂ ਉਸ ਨੂੰ ਆਪਣਾ ਮਿੱਤਰ ਬਣਾ ਲਿਆ ਹੈ, ਆਪਣਾ ਸਾਥੀ ਬਣਾ ਲਿਆ ਹੈ। ਸੁਮਿੱਤੋ ਮੈਨੇ ਸ੍ਰੇਸ਼ਟ ਮਿੱਤਰ। ਵਿਦਾਰਨ ਕਦੇ ਨਾ ਚਿੱਤੋ, ਵਿਦਾਰਨ ਤੋਂ ਭਾਵ ਹੈ ਤੋੜਨਾ, ਫਾੜਨਾ, ਤੇ ਉਹ ਕਦੀ ਮੇਰੇ ਦਿਲ ਨੂੰ ਤੋੜਦਾ ਨਹੀਂ ਹੈ। ਕਹਿ ਸਕਦੇ ਹਾਂ ਦਿਲ ਸ਼ਿਕਨੀ ਉਹ ਨਹੀਂ ਕਰਦਾ, ਦਿਲ ਨੂੰ ਤੋੜਦਾ ਨਹੀਂ ਹੈ। ਵਿਦਾਰਨ ਕਦੇ ਨਾ ਚਿੱਤੋ, ਜਾ ਕਾ ਆਸਥਲ ਤੋਲ ਅਮਿੱਤੋ, ਤੇ ਜਿਹਦਾ ਜਿਹੜਾ ਟਿਕਾਣਾ ਹੈ ਉਹ ਅਮਿਣਵੇਂ ਤੋਲ ਵਾਲਾ ਹੈ। ਅਸਥਲ ਥਾਂ, ਜਿਹਦਾ ਟਿਕਾਣਾ ਐਸਾ ਹੈ ਜਿਸ ਨੂੰ ਤੋਲਿਆ ਮਿਣਿਆ ਨਹੀਂ ਜਾ ਸਕਦਾ, ਬੇਸ਼ਕੀਮਤੀ ਹੈ, ਅਟਲ ਹੈ। ਸੋਈ ਨਾਨਕ ਸਖਾ ਜੀ ਸੰਗੇ ਕਿਤੋਂ, ਉਸ ਨੂੰ ਮੈਂ ਇਹ ਨਾਨਕ ਆਖ ਆਪਣੇ ਜੀ ਦਾ ਸਾਥੀ ਬਣਾ ਲਿਆ ਹੈ। ਅਸਲ ਮਿੱਤਰ ਮੇਰਾ ਉਹ ਹੈ। ਅਪ ਜਸ਼ਨ ਮਿਟੰਤ ਸਤਪੁੱਤਰ, ਸਿਮਰਤਭਯ ਹਿਰਦੈ ਗੁਰਮੰਤਰਣ। ਆਪ ਜਸ਼ਨ ਮਤਲਬ ਹੈ ਬਦਨਾਮੀ, ਜਸ਼ ਦਾ ਉਲਟ ਹੈ ਆਪ ਜਸ਼, ਬਦਨਾਮੀ ਮਿਟ ਜਾਂਦੀ ਹੈ। ਆਪ ਜੰਸ਼ ਮਿਟੰਤ ਸਤਪੁੱਤਰ, ਇਹਦਾ ਮਤਲਬ ਸਤਪੁੱਤਰ ਤੋਂ ਬਣਦਾ ਹੈ ਸ਼ਬਦ। ਸਤਪੁੱਤਰ ਉਹ ਤੋਂ ਬਣਦਾ ਹੈ ਸਤਪੁੱਤਰ, ਚੰਗਾ ਪੁੱਤਰ। ਬਦਨਾਮੀ ਮਿਟਦੀ ਹੈ, ਜਿਵੇਂ ਕਿਸੇ ਦੇ ਘਰ ਕੋਈ ਚੰਗਾ ਪੁੱਤਰ ਜਨਮ ਲੈ ਲੈਂਦਾ ਹੈ ਤੇ ਉਸ ਕੁਲ ਦੀ ਬਦਨਾਮੀ ਮਿਟਦੀ ਹੈ। ਪਿਛਲੀਆਂ ਜਿਹੜੀਆਂ ਬਦਨਾਮੀਆਂ ਹੁੰਦੀਆਂ ਹਨ ਉਹਦੇ ਕਾਰਨ ਮਿਟ ਜਾਂਦੀਆਂ ਨੇ, ਕਿਉਂਕਿ ਉਹ ਚੰਗੇ ਕੰਮ ਕਰਕੇ ਉਹ ਦਾਗ ਧੋ ਦਿੰਦਾ ਹੈ, ਬਦਨਾਮੀ ਜਿਹੜੀ ਧੁੱਪ ਜਾਂਦੀ ਹੈ। ਅਪ ਜਸ਼ੋਂ ਮਿਟੰਦ ਸਤਪੁੱਤਰ, ਸਿਮਰਤਭਯ ਹਿਰਦੈ ਗੁਰਮੰਤਰਣ। ਇਸੇ ਤਰ੍ਹਾਂ ਹੀ ਜਿਹੜੇ ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼ ਜਿਹੜਾ ਹੈ ਉਹਨੂੰ ਯਾਦ ਕਰਨ ਨਾਲ, ਸਿਮਰਨ ਕਰਨ ਨਾਲ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ। ਜਿਹੜਾ ਪ੍ਰੀਤਮ ਹੈ, ਭਗਵਾਨ ਹੈ, ਜਿਹੜਾ ਅਵਿਨਾਸ਼ੀ ਪ੍ਰਭੂ ਹੈ, ਉਹਨੂੰ ਯਾਦ ਕਰਨ ਨਾਲ, ਉਹਦਾ ਉਪਦੇਸ਼ ਹਿਰਦੇ ਵਿੱਚ ਰੱਖਣ ਨਾਲ, ਟਿਕਾਉਣ ਨਾਲ, ਫਿਰ ਸੰਸਾਰ ਸਮੁੰਦਰ ਦੀ ਮੋਹ ਮਾਇਆ, ਸੰਸਾਰ ਦੀ ਮੋਹ ਮਾਇਆ ਜਿਹੜੀ ਹੈ, ਨਾਨਕ ਸੰਸਾਰ ਸਾਗਰ ਤਾਰਣਾ, ਇਹਦੇ ਵਿੱਚੋਂ ਉਹ ਵੀ ਤਰ ਜਾਂਦਾ ਹੈ, ਉਹ ਵੀ ਆਪਣੇ ਆਪ ਨੂੰ ਮੋਹ ਮਾਇਆ ਦੀ ਲਹਿਰਾਂ ਵਿੱਚੋਂ ਬਚਾ ਲੈਂਦਾ ਹੈ। ਜਿਵੇਂ ਚੰਗਾ ਪੁੱਤਰ ਜੰਮ ਪੈਣ 'ਤੇ ਬਦਨਾਮੀ ਮਿਟ ਜਾਂਦੀ ਹੈ, ਇਸੇ ਤਰ੍ਹਾਂ ਹੀ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਟਿਕਾਉਣ ਦੇ ਨਾਲ, ਸਿਮਰਨ ਭਜਨ ਕਰਨ ਨਾਲ ਜਿਹੜਾ ਜੀਵ ਹੈ ਇਹ ਆਪਣੇ ਆਪ ਨੂੰ ਬੇਕਾਰਾਂ ਦੀ ਬਦਨਾਮੀ ਤੋਂ, ਮੋਹ ਮਾਇਆ ਦੀ ਬਦਨਾਮੀ ਤੋਂ ਬਚਾ ਲੈਂਦਾ ਹੈ। ਮਰਣੰ ਮਰਣੰ ਬਿਸਰਣੰ ਗੋਬਿੰਦਹ, ਗੋਬਿੰਦ ਨੂੰ ਭੁੱਲ ਜਾਣਾ ਮੌਤ ਹੈ। ਜੀਵਨੰ ਹਰਿ ਨਾਮ ਧਿਆਵਣ, ਹਰਿ ਨੂੰ ਯਾਦ ਕਰਨਾ, ਧਿਆਉਣਾ, ਇਹ ਜੀਵਨ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਉਹਨਾਂ ਪੰਕਤੀਆਂ ਦਾ ਹੀ ਇੱਥੇ ਅਰਥ ਪ੍ਰਗਟ ਕੀਤਾ ਗਿਆ ਹੈ। ਲੱਭਣੰ ਸਾਧ ਸੰਗੇਣ, ਪਰ ਇਹ ਸਿਮਰਨ ਸਾਧ ਸੰਗਤ ਦੀ ਕਿਰਪਾ ਨਾਲ ਲੱਭਦਾ ਹੈ। ਨਾਨਕ ਹਰੀ ਪੂਰਬੀ ਲੇਖਣ, ਉਹ ਵੀ ਜੇ ਭਾਗਾਂ ਵਿੱਚ ਲਿਖਿਆ ਹੋਵੇ, ਉਹ ਵੀ ਜੇ ਪੂਰਬਲੇ ਲਿਖੇ ਅਨੁਸਾਰ ਜਿਹੜਾ ਲਿਖਿਆ ਗਿਆ ਹੋਵੇ ਤਾਂ ਹੀ ਮਿਲਦਾ ਹੈ, ਉਸ ਤਰ੍ਹਾਂ ਨਹੀਂ ਮਿਲਦਾ, ਕਿਰਪਾ ਨਾਲ ਮਿਲਦਾ ਹੈ ਇਹ ਸਿਮਰਨ। ਦਸ਼ਨ ਬਿਹੂਨ ਭੋਇ ਅੰਗਮ, ਦਸ਼ਨ ਬਿਹੂਨ ਭੋਇ ਅੰਗਮ, ਭੋਇ ਅੰਗਮ, ਇੱਥੇ ਜੇ ਯਈਆ ਜਿਹੜਾ ਹੈ ਇਹ ਭੁਜੰਗੰਗ ਨਹੀਂ ਪੜ੍ਹਨਾ, ਨਾ ਇਹ ਭੁਜੰਗੰਗ ਹੈ, ਨਾ ਇਹ ਕੁਝ ਹੋਰ ਹੈ, ਇਹਨੂੰ ਘੁਮਾ ਕੇ ਲਿਆਉਣਾ ਭੋਇ ਅੰਗਮ। ਹਾਂ, ਐੜਾ ਜਿਹੜਾ ਹੈ ਉਹ ਵੀ ਇੱਥੇ ਵਰਤ ਜਾ ਸਕਦਾ ਹੈ, ਯਈਏ ਜਗ੍ਹਾ 'ਤੇ ਭੁਅੰਗਮ ਇਹ ਵੀ ਪਾਠ ਹੋ ਸਕਦਾ ਹੈ, ਕਿਉਂਕਿ ਦੋ ਤਰ੍ਹਾਂ ਪਾਠ ਗੁਰੂ ਗ੍ਰੰਥ ਸਾਹਿਬ 'ਚ ਹੈ, ਭੁਅੰਗ ਵੀ ਹੈ ਅਤੇ ਭੋਏ ਅੰਗ ਵੀ ਹੈ। ਭੋਏ ਅੰਗਮ, ਸੋ ਭੋਏ ਅੰਗਮ ਜਾਂ ਭੁਅੰਗਮ, ਇਹਦਾ ਮਤਲਬ ਸੱਪ। ਦਸ਼ਨ ਬਿਹੂਨ, ਦਸ਼ਨ ਦਾ ਮਤਲਬ ਹੈ ਦੰਦ। ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਦਸ਼ਨ। ਇਹ ਦਸ਼ਨ ਦਾ ਦਸ਼ਨ ਹੀ ਲਿਖਿਆ ਹੋਇਆ ਹੈ।
ਇਹ ਵੱਖਰੀ ਗੱਲ ਹੈ ਕਿ ਉਹ ਸੱਸਾ ਲਿਖਿਆ ਹੋਇਆ ਹੈ, ਪਰ ਇਹ ਜਿਹੜੇ ਸਪੈਸ਼ਲ ਸਾਊਂਡਸ ਦੇ ਚਿੰਨ੍ਹ ਸਨ, 12 ਦੇ 12 ਚਿੰਨ੍ਹ, ਇਹ 35 ਅੱਖਰਾਂ ਦੇ ਚਿੰਨ੍ਹਾਂ ਨਾਲ ਹੀ ਪ੍ਰਗਟ ਕੀਤੇ ਗਏ ਹਨ। ਸੱਸੇ ਨਾਲ 2 ਧੁਨੀਆਂ, ਗੱਗੇ ਨਾਲ 2 ਧੁਨੀਆਂ, ਊੜੇ ਐੜੇ ਈੜੀ ਹਾਹਾ ਸੱਸਾ ਕੱਕਾ ਤੱਤਾ, ਇਹਨਾਂ ਨਾਲ 2-2 ਧੁਨੀਆਂ, ਇਵੇਂ ਜੱਜਾ ਗੱਗਾ ਫੱਫਾ, ਇਹਨਾਂ ਸਾਰਿਆਂ ਨਾਲ 2-2 ਧੁਨੀਆਂ ਪ੍ਰਗਟ ਕੀਤੀਆਂ ਗਈਆਂ ਹਨ। ਤੇ ਇਹ ਪ੍ਰਗਟ ਕਰਨੀਆਂ ਪਾਠ ਕਰਨ ਵਾਲੇ ਨੇ। ਪਾਠ ਕਰਨ ਵਾਲੇ ਦੀ ਡਿਊਟੀ ਹੈ ਕਿ ਇਹਨਾਂ ਨੂੰ ਪ੍ਰਗਟ ਕਰੇ, ਤੇ ਪ੍ਰਗਟ ਉਹੀ ਕਰ ਸਕਦਾ ਹੈ ਜਿਸ ਨੂੰ ਗਿਆਨ ਹੈ ਇਹਨਾਂ ਦਾ, ਜਿਸ ਨੇ ਸਿੱਖ ਵਿਦਵਾਨਾਂ ਦੀਆਂ ਪੁਸਤਕਾਂ ਦੀ ਜਿਹੜੀ ਉਹ ਸਟੱਡੀ ਕੀਤੀ ਹੈ, ਉਹਨਾਂ ਨੂੰ ਕੰਸਲਟ ਕੀਤਾ ਹੈ, ਜਿਵੇਂ ਮਾਨਕੋਸ਼ ਹੈ, ਹੋਰ ਟੀਕੇ ਹਨ, ਉਹਨਾਂ ਨੂੰ ਪੜ੍ਹਿਆ ਹੈ, ਉਹੀ ਇਹਨਾਂ ਨੂੰ ਕੰਸਲਟ ਕਰਕੇ ਠੀਕ ਬੋਲ ਸਕਦਾ ਹੈ। ਨਹੀਂ ਤਾਂ ਆਮ ਲੋਕਾਂ ਕੋਲ ਜਵਾਬ ਹੁੰਦਾ ਹੈ, ਇੱਥੇ ਜੀ ਬਿੰਦੀ ਨਹੀਂ ਹੈ ਜੀ, ਇੱਥੇ ਅਸੀਂ ਪੜ੍ਹਨੀ ਨਹੀਂ ਹੈ। ਆਮ ਲੋਕਾਂ ਜਵਾਬ, ਜਿਹੜੇ ਮਿਹਨਤ ਨਹੀਂ ਕਰਦੇ, ਜਿਹੜੇ ਆਲਸੀ ਕਿਸਮ ਦੇ ਹਨ, ਹਠੀ ਕਿਸਮ ਦੇ ਹਨ, ਉਹਨਾਂ ਦੇ ਇਹ ਜਵਾਬ ਢੁੱਚਰਾਂ ਰੂਪੀ ਜਵਾਬ ਹੁੰਦੇ ਹਨ। ਇਸ ਤਰ੍ਹਾਂ ਦੇ ਹੁਜਤਾਂ ਕਰਦੇ ਪਏ ਹਨ। ਮਨ ਹਰਾਮੀ ਹੁਜਤਾਂ ਢੇਰ 'ਚ ਮੁਹਾਵਰਾ ਹੈ। ਮਿਹਨਤ ਨਹੀਂ ਕਰਨੀ, ਉਲਟੇ ਬਹਾਨੇ ਬਣਾਈ ਜਾਣੇ ਹਨ। ਇੱਥੇ ਆਹ ਨਹੀਂ ਹੈ, ਇੱਥੇ ਉਹ ਨਹੀਂ ਹੈ। ਗੁਰਮੁਖੋ ਗੁਰੂ ਗ੍ਰੰਥ ਸਾਹਿਬ ਤਾਂ ਅਦਕ ਵੀ ਨਹੀਂ ਲੱਗਾ ਕਿਤੇ, ਕੀ ਉਹ ਬੋਲੋਗੇ ਨਹੀਂ? ਅਦਕ ਦਾ ਸਿੰਬਲ ਕਿਤੇ ਨਹੀਂ ਲੱਗਾ ਹੋਇਆ ਗੁਰੂ ਗ੍ਰੰਥ ਸਾਹਿਬ। ਅੱਜ ਕੱਲ੍ਹ ਦੀ ਪੰਜਾਬੀ 'ਚ ਅਦਕ ਚੱਲਦਾ ਹੈ, ਸੱਪ ਪਾਉਣਾ ਵੇ ਅਦਕਣਾ ਪਏਗਾ, ਕੁੱਤਾ ਲਿਖਣਾ ਵੇ ਅਦਕਣਾ ਪਏਗਾ। ਤੇ ਅਦਕ ਦੀ ਧੁਨੀ ਪੰਜਾਬੀ ਦੀ ਬੜੀ ਜ਼ੋਰੀ ਧੁਨੀ ਹੈ। ਇਹ ਕਿਤੇ ਦਿਸਦੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ, ਕਿ ਉਹ ਬੋਲੋਗੇ ਨਹੀਂ, ਉਹ ਪ੍ਰਗਟ ਨਹੀਂ ਕਰੋਗੇ, ਨਹੀਂ ਪ੍ਰਗਟ ਕਰੋਗੇ। ਜਿਹੜਾ ਮੁਸਲਾ ਸ਼ਬਦ ਹੈ, ਉਹਨੂੰ ਮੁਸਲਾ ਪੜ੍ਹੋਗੇ ਤਾਂ ਉਹਦੇ ਅਰਥ ਦੇ ਅਨਰਥ ਹੋਣਗੇ, ਉਹਨੂੰ ਮੁਸੱਲਾ ਪੜਾਂਗੇ ਤੇ ਉਹਦੇ ਠੀਕ ਅਰਥ ਬਣਨਗੇ। ਭਾਵੇਂ ਲਿਖਿਆ ਮੁਸਲਾ ਹੈ, ਮੁਸੱਲਾ ਹੈ। ਤੋ ਗੁਰਮੁਖੋ ਇਸ ਤਰ੍ਹਾਂ ਇਹ ਬਹਾਨੇ ਜਿਹੜੇ ਹਨ, ਇੱਥੇ ਆ ਹੈ ਹੀ ਨਹੀਂ, ਇੱਥੇ ਬਿੰਦੀ ਲੱਗੀ ਹੋਈ ਨਹੀਂ, ਇੱਥੇ ਇਹ ਨਹੀਂ ਹੈ, ਇੱਥੇ ਉਹ ਨਹੀਂ ਹੈ, ਇਹ ਹਨ ਬਹਾਨੇ, ਇਹ ਹੁਜਤਾਂ ਹਨ। ਮਨ ਹਰਾਮੀ ਹੁਜਤਾਂ ਢੇਰ। ਮਨ ਤਾਂ ਆਲਸੀ ਹੈ, ਮਿਹਨਤ ਕਰਕੇ ਰਾਜ਼ੀ ਨਹੀਂ ਹੈ। ਮਹਾਨ ਕੁਛ ਕੋਈ ਦਰਸ਼ਨ ਨਹੀਂ ਕੀਤੇ ਹੋਣੇ ਕਿਸੇ ਨੇ, ਮੇਰੇ ਖਿਆਲ ਬਹੁਤਿਆਂ ਨੇ, ਵੀ ਇਹ ਕਿੱਥੇ ਪਿਆ ਹੈ, ਇਹ ਕਿੱਡੀ ਮੋਟੀ ਕਿਤਾਬ ਹੈ, ਕਿਹਨੇ ਲਿਖਿਆ ਹੈ, ਉਹ 'ਚ ਦਰਸ਼ਨ ਕਿਵੇਂ ਲਿਖਿਆ ਹੈ, ਸੱਸਿਆਂ ਲਿਖਿਆ, ਛੱਛਿਆਂ ਲਿਖਿਆ ਹੋਇਆ, ਕਿਵੇਂ ਲਿਖਿਆ ਹੈ, ਉਹ ਤਾਂ ਪੜ੍ਹਨ ਦੀ ਦੂਰ ਦੀ ਗੱਲ ਹੈ। ਹੋਰ ਸਾਰਾ ਕਿਸੇ ਨੇ ਦਰਸ਼ਨ ਨਾ ਕੀਤੇ ਹੋਣ ਇਸ ਤਰ੍ਹਾਂ ਦੇ। ਖੈਰ ਹੁਣ ਤਾਂ ਨੈੱਟ 'ਤੇ ਵੀ ਵੇਲੇ ਦਰਸ਼ਨ ਆਪਣਾ ਇਹ ਮਹਾਨਕੋਸ਼, ਤੇ ਉੱਥੋਂ ਵੀ ਦੇਖਿਆ ਜਾ ਸਕਦਾ ਹੈ, ਪਰ ਟਾਈਮ ਨਹੀਂ ਹੈ, ਮਿਹਨਤ ਕਰਨ ਦੀ ਰੁਚੀ ਨਹੀਂ ਹੈ। ਉਦਮ ਅੱਗੇ ਲక్ష్ਮੀ ਜਿਉਂ ਪੱਖੇ ਅੱਗੇ ਪਾਉਣ, ਇਹ ਵੀ ਮੁਹਾਵਰਾ ਚੱਲਦਾ ਹੈ। ਉਦਮ ਹੀ ਨਹੀਂ ਹੈ, ਚਾਹ ਹੀ ਨਹੀਂ ਹੈ ਮਿਹਨਤ ਕਰਨ ਦਾ, ਬਹਾਨੇ ਬਣਾਉਣਾ ਚਾਹ ਹੈ। ਇੱਥੇ ਜੀ ਸੱਸੇ ਬਾਰੇ ਬਿੰਦੀ ਲੱਗੀ ਹੀ ਨਹੀਂ ਜੀ, ਇਹ ਬਹਾਨੇ ਆ। ਗੁਰਮੁਖੋ ਅਰਬੀ ਫਾਰਸੀ ਸੰਸਕ੍ਰਿਤ ਸ਼ਬਦ ਜਿਹੜੇ ਲਿਖੇ ਹਨ ਗੁਰੂ ਗ੍ਰੰਥ ਸਾਹਿਬ 'ਚ, ਉਹ ਗਲਤ ਨਹੀਂ ਲਿਖੇ, ਉਹ ਠੀਕ ਲਿਖੇ ਹਨ। ਜੇ ਕ੍ਰਿਸ਼ਨ ਸ਼ਬਦ ਲਿਖਿਆ ਹੈ, ਉਹ ਗਲਤ ਨਹੀਂ ਲਿਖਿਆ, ਸੱਸੇ ਨਾਲ ਠੀਕ ਲਿਖਿਆ ਹੈ, ਉਹ ਕ੍ਰਿਸ਼ਨ ਹੀ ਹੈ। ਜੇ ਸ਼ਿਵ ਲਿਖਿਆ ਹੈ, ਉਹ ਸੱਸੇ ਲਿਖਿਆ ਹੈ, ਉਹ ਸ਼ਿਵ ਹੀ ਲਿਖਿਆ ਹੈ, ਉਹ ਗਲਤ ਨਹੀਂ, ਠੀਕ ਹੈ। ਕਿਉਂਕਿ ਸੱਸੇ ਦੀਆਂ 2 ਧੁਨੀਆਂ ਹਨ, ਇੱਕ ਸਾਹ ਇੱਕ ਸ਼ਾਹ ਹੈ। ਕਿਤੇ ਸਾਗ ਤੇ ਸ਼ਾਹ ਬੋਲਣੀ ਹੈ, ਇਹ ਪਾਠ ਨੇ ਨਿਰਣਾ ਕਰਨਾ, ਇਹ ਪੜ੍ਹਨ ਵਾਲੇ ਨਿਰਣਾ ਕਰਨਾ ਹੈ। ਸਿੱਖ ਵਿਦਵਾਨਾਂ ਦੀ ਖੋਜ ਦੀ ਮਦਦ ਲੈਣੀ ਹੈ, ਕਿਤੇ ਸ਼ਾਹ ਪੜ੍ਹਨਾ, ਕਿਤੇ ਸਾਹ ਪੜ੍ਹਨਾ ਹੈ, ਕਿਤੇ ਜਾ ਪੜ੍ਹਨਾ, ਕਿਤੇ ਜਾ ਪੜ੍ਹਨਾ ਹੈ। ਇਹ ਸਾਰਾ ਕੁਛ ਮਿਲਗੋਬਾ ਨਹੀਂ ਕਰੀ ਜਾਣਾ, ਇਹ ਕੁਰਸ ਨੇ ਸਾਰੇ ਅੱਖਰ ਬੰਨੀ ਜਾਣੇ, ਇਹ ਵੀ ਸਾਰੇ ਸੱਸੇ ਹੀ ਹਨ ਜਾਂ ਸਾਰੇ ਜੱਜੇ ਹੀ ਹਨ। ਇੱਕ ਜ਼ਨ ਹੈ, ਇੱਕ ਜਨ ਹੈ, ਇੱਕ ਗਜ਼ ਹੈ, ਇੱਕ ਗਜ ਹੈ, ਇੱਕ ਬਾਸਾ ਹੈ, ਇੱਕ ਬਾਸ਼ਾ ਹੈ, ਇੱਕ ਪਾਸਾ, ਇੱਕ ਪਾਸ਼ਾ ਹੈ। ਅਨੇਕਾਂ ਸ਼ਬਦ ਜੋੜੇ ਇਸ ਤਰ੍ਹਾਂ ਮਿਲ ਰਹੇ ਹਨ। ਕਿਵੇਂ ਇੱਕੋ ਰਸੇ ਉਹਨਾਂ ਨੂੰ ਬੰਨੀ ਜਾਓਗੇ, ਕਿਵੇਂ ਪੜ੍ਹੀ ਜਾਓਗੇ ਇੱਕੋ ਤਰ੍ਹਾਂ ਉਹਨਾਂ ਨੂੰ? ਮਿਹਨਤ ਕਰਨ ਦੀ ਲੋੜ ਹੈ, ਮਿਹਨਤ ਕਰੋ। ਇਹ ਪੁਰਾਣੀ ਭਾਸ਼ਾ ਵਿੱਚ ਸਾਰੇ ਸਿੱਖ, ਸਾਰੇ ਗੁਰੂ ਸਾਹਿਬਾਨ ਦੇ ਜਿਹੜੇ ਫਾਲੋਅਰ ਸਨ, ਉਹ ਸਾਰੇ ਉਹ ਇਹ ਸਾਰੀਆਂ ਧੁਨੀਆਂ ਬੋਲਦੇ ਸਨ, ਕਿਉਂਕਿ ਭਾਸ਼ਾ ਉਦੋਂ ਚੱਲ ਰਹੀ ਸੀ। ਉਸ ਵੇਲੇ ਭਾਸ਼ਾ ਹੀ ਇਹ ਸੀ। ਅੱਜ ਕੱਲ੍ਹ ਭਾਸ਼ਾ ਇਹ ਨਹੀਂ ਰਹਿ ਗਈ। ਪੁਰਾਣੇ ਸਮੇਂ 'ਚ ਸਾਰੇ ਸੱਜਣ, ਸਾਰੇ ਸਿੱਖ ਇਹ ਸਾਰੀਆਂ ਧੁਨੀਆਂ ਉਠਾਉਂਦੇ ਸਨ। ਉਹਨਾਂ ਨੂੰ ਪਤਾ ਸੀ ਕਿ ਦਸ਼ਨ ਹੈ, ਉਹਨਾਂ ਨੂੰ ਪਤਾ ਸੀ ਇਹ ਸ਼ਿਕਾਰ ਲਿਖਿਆ ਹੋਇਆ, ਉਹਨਾਂ ਨੂੰ ਪਤਾ ਸੀ ਇਹ ਬਾਦਸ਼ਾਹ ਲਿਖਿਆ ਹੋਇਆ, ਉਹਨਾਂ ਨੂੰ ਪਤਾ ਸੀ ਇਹ ਕ੍ਰਿਸ਼ਨ ਲਿਖਿਆ ਹੋਇਆ, ਉਹਨਾਂ ਨੂੰ ਪਤਾ ਸੀ ਇਹ ਪਾਸ਼ਾ ਲਿਖਿਆ ਹੋਇਆ, ਇਹ ਬਾਦਸ਼ਾਹ ਲਿਖਿਆ ਹੋਇਆ। ਕਿਉਂਕਿ ਭਾਸ਼ਾਵਾਂ ਹੀ ਉਸ ਵੇਲੇ ਜਿਹੜੀਆਂ ਚੱਲਦੀਆਂ ਸਨ, ਉਹਨਾਂ ਵਿੱਚੋਂ ਇਹ ਸ਼ਬਦ ਵਰਤੇ ਗਏ ਸਨ, ਸਭ ਲੋਕ ਜਾਣਦੇ ਸਨ। ਅੱਜ ਕੱਲ੍ਹ
ਜਿਨ੍ਹਾਂ ਸਿੱਖ ਵਿਦਵਾਨਾਂ ਨੇ ਖੋਜ ਕਰਕੇ ਸਾਨੂੰ ਗਾਈਡੈਂਸ ਦਿੱਤੀ ਹੈ ਗੁਰਬਾਣੀ ਨੂੰ ਸਮਝਣ ਦੀ, ਉਹ ਪੁਸਤਕਾਂ ਸਾਡੇ ਕੋਲ ਪਈਆਂ ਨੇ ਪੁਸਤਕਾਂ, ਉਹਨਾਂ ਨੂੰ ਪੜ੍ਹ ਕੇ ਰਾਜੀ ਕੋਈ ਨਹੀਂ। ਇਹ ਸ਼ਬਦਾਂ ਦਾ ਉਚਾਰਨ ਕਿੱਥੋਂ ਪਤਾ ਲੱਗੇਗਾ? ਗੁਰਮੁਖੋ, ਇੱਥੇ ਮਿਹਨਤ ਕਰਨ ਦੀ ਲੋੜ ਹੈ, ਇੱਥੇ ਢਕੌਂਸਲੇ ਘੜਨ ਦੀ ਲੋੜ ਨਹੀਂ। ਇੱਥੇ ਇਹ ਹੈ ਹੀ ਨਹੀਂ, ਇੱਥੇ ਆਹ ਹੈ ਹੀ ਨਹੀਂ, ਇੱਥੇ ਪੈਰ ਬਿੰਦੀ ਹੈ ਨਹੀਂ। ਜਨ ਹੈ, ਜਨ ਹੈ, ਜਰ ਹੈ, ਜ਼ਰ ਹੈ, ਸਭ ਕੁਛ ਹੈ ਗੁਰੂ ਗ੍ਰੰਥ ਸਾਹਿਬ 'ਚ। 12 ਦੀਆਂ 12 ਡਬਲ ਸਾਊਂਡਸ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਜਿਹੜੀਆਂ 35 ਅੱਖਰਾਂ ਨਾਲ ਜਿਨ੍ਹਾਂ ਨੂੰ ਪ੍ਰਗਟ ਕੀਤਾ ਗਿਆ ਹੈ। ਪਰ ਜਿਹੜਾ ਸਰੋਤਾ ਜਾਂ ਪਾਠਕ ਜਿਹੜਾ ਕੋਈ ਪੜ੍ਹਨ ਵਾਲਾ ਪ੍ਰਗਟ ਨਹੀਂ ਕਰਦਾ, ਤਾਂ ਸਰੋਤੇ ਨੂੰ ਪਤਾ ਨਹੀਂ ਲੱਗੇਗਾ ਵੀ ਇਹ ਕੀ ਹੈ ਇੱਥੇ ਲਿਖਿਆ ਹੋਇਆ। ਪੜ੍ਹਨ ਵਾਲੇ ਨੇ ਪ੍ਰਗਟ ਕਰਕੇ ਸਰੋਤੇ ਨੂੰ ਦੱਸਣਾ ਹੈ ਕਿ ਇੱਥੇ ਜ਼ਰ ਹੈ, ਇੱਥੇ ਜ਼ਨ ਹੈ, ਇੱਥੇ ਦਸ਼ਨ ਹੈ, ਇੱਥੇ ਭਾਸ਼ਾ ਹੈ, ਇੱਥੇ ਪਾਸ਼ਾ ਹੈ। ਸੋ ਦਸ਼ਨ ਬਿਹੂਨ ਭੋਈ ਅੰਗੰ ਮੰਤਰੰ ਗਾਰੁੜੀ ਨਿਵਾਰੰ। ਜਿਹੜਾ ਗਰੁੜ ਮੰਤਰ ਜਾਣਨ ਵਾਲਾ ਹੁੰਦਾ ਹੈ, ਉਹਨੂੰ ਪਤਾ ਹੁੰਦਾ ਕਿ ਸੱਪ ਨੂੰ ਕਿਵੇਂ ਕਾਬੂ ਕਰਨਾ ਹੈ। ਜਿਹਨੂੰ ਗਰੁੜ ਮੰਤਰ, ਗਾਰੁੜੀ ਮੰਤਰ ਆਉਂਦਾ ਹੈ। ਗਾਰੁੜੀ ਮੰਤਰ ਸੱਪ ਦਾ ਜ਼ਹਿਰ ਦੂਰ ਕਰਨ ਵਾਲਾ ਇੱਕ ਮੰਤਰ ਹੁੰਦਾ ਹੈ। ਜ਼ਹਿਰ ਦੂਰ ਕਰਨ ਵਾਲੀ ਜਿਹੜੀ ਦਵਾਈ ਹੈ, ਉਹਦਾ ਜਾਣੂ ਹੁੰਦਾ ਹੈ, ਉਹਨੂੰ ਕਿਹਾ ਜਾਂਦਾ ਹੈ ਗਰੁੜ ਮੰਤਰ ਦਾ ਜਾਣਨ ਵਾਲਾ। ਉਹ ਸੱਪ ਨੂੰ ਦਸ਼ਨ ਬਿਹੂਨ ਕਰ ਦਿੰਦਾ ਹੈ, ਸੱਪ ਦੇ ਦੰਦ ਕੱਢ ਦਿੰਦਾ ਹੈ। ਦਸ਼ਨ ਬਿਹੂਨ, ਦਸ਼ਨ ਮੈਨੇ ਦੰਦ ਬਾਹਰ ਕੱਢ ਦਿੰਦਾ ਹੈ। ਤੇ ਜਿਹੜਾ ਸੱਪ ਦਾ ਜ਼ਹਿਰ ਹੈ, ਉਹਨੂੰ ਮੰਤਰਾਂ ਨਾਲ ਹੀ ਦੂਰ ਕਰ ਦਿੰਦਾ ਹੈ। ਦਸ਼ਨ ਬਿਹੂਨ ਭੁਯੰਗੰ ਮੰਤਰੰ ਗਾਰੁੜੀ ਨਿਵਾਰੰ ਵਿਆਧਿ ਉਪਾੜਨ ਸੰਤੰ ਨਾਨਕ ਲਬਧ ਕਰਮਣਾ। ਇਸੇ ਤਰ੍ਹਾਂ ਹੀ ਉਦਾਹਰਨ ਦੇ ਕੇ ਕਿਹਾ ਹੈ ਕਿ ਜਿਹੜੇ ਸੰਤ ਜਨ ਹਨ, ਵਿਆਧ ਉਪਾੜਨ, ਉਹ ਵੀ ਰੋਗਾਂ ਦਾ ਨਾਸ਼ ਕਰ ਦਿੰਦੇ ਹਨ। ਵਿਆਧੀ, ਆਦਿ, ਵਿਆਧੀ, ਉਪਾਧੀ, ਇਹ 3 ਤਰ੍ਹਾਂ ਦੇ ਤਾਪ ਹਨ ਮਨ ਦੇ, ਸਰੀਰ ਦੇ, ਭਰਮ ਤੋਂ ਪੈਦਾ ਹੋਏ। ਇੱਥੇ ਵਿਆਧੀ ਲਿਖਿਆ ਹੈ, ਇਹ ਸਰੀਰ ਦੇ। ਇਹ ਸੰਤ ਜਨ ਵੀ ਉਹਨਾਂ ਨੂੰ ਉਪਾੜ ਦਿੰਦੇ ਹਨ, ਇਹਨਾਂ ਰੋਗਾਂ ਦਾ ਨਾਸ਼ ਕਰਦੇ ਹਨ, ਜਿਵੇਂ ਗਾਰੁੜੀ ਮੰਤਰ ਸੱਪ ਦੀ ਜ਼ਹਿਰ ਨੂੰ ਮਾਰ ਦਿੰਦਾ ਹੈ। ਨਾਨਕ ਲਬਧ ਕਰਮਣਾ, ਪਰ ਇਹ ਕਰਮ ਮਿਹਰ ਨਾਲ, ਬਖਸ਼ਿਸ਼ ਨਾਲ ਹੀ ਉਹ ਸੰਗਤ ਜਿਹੜੀ ਮਿਲਦੀ ਹੈ ਗੁਰਮੁਖਾਂ ਦੀ, ਸੰਤਾਂ ਦੀ। ਜਾਥ ਕਾਥ ਰਮਣੰ ਸ਼ਰਣੰ ਸਰਵਤਰ ਜੀਅਣః ਤਾਥ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸ਼ਨ। ਜਥ ਕਥ ਰਮਣੰ, ਜਥ ਕਥ ਮਤਲਬ ਜਿੱਥੇ ਕਿੱਥੇ, ਹਰ ਥਾਂ ਤੇ। ਰਮਣੰ ਸਰਵਤਰ ਜੀਅਣః, ਜੋ ਪ੍ਰਭੂ ਹਰ ਥਾਂ ਤੇ ਵਸ ਰਿਹਾ ਹੈ। ਤੇ ਸਰਵਤਰ ਜੀਅਣః, ਸਰਵਤਰ ਮਨ ਸਾਰੇ, ਜੀਣਾ ਜੀਵ, ਸਾਰੇ ਜੀਵਾਂ ਦਾ ਸਹਾਰਾ ਹੈ। ਜਿੱਥੇ ਕਿਤੇ ਹਰ ਥਾਂ ਤੇ ਉਹ ਰਾਮ ਰਿਹਾ ਹੈ। ਤਥ ਲਗਣੰ ਪ੍ਰੇਮ ਨਾਨਕ, ਤੇ ਉਹਦੇ ਵਿੱਚ ਜਿਹੜਾ ਪਿਆਰ ਲਾਉਣਾ ਹੋਵੇ ਤਾਂ ਕਿੱਦਾਂ ਲੱਗਦਾ ਹੈ? ਪ੍ਰਸਾਦੰ ਗੁਰ ਦਰਸ਼ਨః, ਗੁਰੂ ਦੇ ਦੀਦਾਰ ਦੇ ਨਾਲ, ਗੁਰੂ ਦੀ ਦੀਦਾਰ ਦੇ, ਗੁਰੂ ਦੇ ਦਰਸ਼ਨ ਦੀ ਬਰਕਤ ਨਾਲ, ਭਾਵ ਗੁਰੂ ਦੇ ਸ਼ਬਦਾਂ ਨੂੰ ਪੜ੍ਹਨ ਨਾਲ, ਗੁਰੂ ਦੀ ਬਾਣੀ ਦੀ ਵਿਚਾਰ ਕਰਨ ਨਾਲ ਉਹਦੇ ਵਿੱਚ ਪ੍ਰੇਮ ਲੱਗਦਾ ਹੈ। ਚਰਨਾਰ ਬਿੰਦ ਮਨ ਵਿਧਿਯੰ ਸਿੱਧਿਯੰ ਸਰਬ ਕੁਸ਼ਲਣః ਗਾਥਾ ਗਵੰਤੀ ਨਾਨਕ ਭਵਯੰ ਪਰਾਪੂਰਵਣః। ਸੋ ਜਿਸ ਜੀਵ ਦਾ ਮਨ ਪ੍ਰਭੂ ਦੇ ਸੋਹਣੇ ਚਰਨ ਕਮਲ ਨਾਲ ਬਿੰਨਿਆ ਜਾਂਦਾ ਹੈ, ਵਿਧਿਆ ਮੈਨੇ ਬਿੰਨਿਆ ਜਾਂਦਾ ਹੈ, ਉਹਨੂੰ ਸਾਰੇ ਸੁੱਖ ਮਿਲਦੇ ਹਨ। ਸਿੱਧਿਯੰ ਸਰਬ ਕੁਸ਼ਲਣః, ਉਹਨੂੰ ਸਾਰੇ ਕੁਸ਼ਲ ਤੋਂ ਭਾਵੇਂ ਸੁੱਖ ਆਨੰਦ ਉਹਨੂੰ ਮਿਲਦੇ ਹਨ। ਪਰ ਇਹ ਨਾਨਕ ਗਾਥਾ ਗਵੰਤੀ, ਨਾਨਕ ਉਹੀ ਗੁਣ ਗਾਉਂਦੇ ਹਨ, ਗਾਥਾ ਕਰਦੇ ਹਨ, ਪ੍ਰਭੂ ਦੇ ਗੁਣ ਗਾਉਂਦੇ ਹਨ। ਭਵਯੰ ਪਰਾਪੂਰਵਣః, ਭਵਯ ਦਾ ਮਤਲਬ ਹੈ ਭਾਗ, ਨਸੀਬ, ਜਿਨ੍ਹਾਂ ਦੇ ਭਾਗਾਂ ਵਿੱਚ ਪੂਰਬਲੇ ਭਾਗ ਜਾਗ ਪੈਣ, ਹੋਣ, ਲਿਖੇ ਹੋਏ ਹੋਣ, ਜਿਨ੍ਹਾਂ ਦੇ ਭਾਗਾਂ ਵਿੱਚ ਪੂਰਬਲੇ ਕਰਮ ਲਿਖੇ ਹੋਏ ਹੋਣ।
ਉਹੀ ਪ੍ਰਭੂ ਦੀ ਸਿਫਤ ਸਲਾਹ ਜਿਹੜੀ ਉਹ ਕਰਦੇ ਹਨ। ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣੰ। ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣੰ। ਸੰਸਾਰ ਸਾਗਰੰ ਨਾਨਕ ਪੁਨਰਪੀ ਜਨਮ ਨ ਲੱਭਯਤੇ। ਸੋ ਪੁਨਰਪੀ ਦਾ ਮਤਲਬ ਹੈ ਫਿਰ ਜਾਂ ਮੁੜ ਮੁੜ ਕੇ, ਪੁਨਰਪੀ। ਸ਼ੁਭ ਬਚਨ ਚੰਗੇ ਬੋਲ। ਤੇ ਜਿਹੜੇ ਵੀ ਪ੍ਰਾਣੀ ਸਾਧ ਸੰਗ ਵਿੱਚ ਸਿਫਤ ਸਲਾਹ ਦੀ ਬਾਣੀ ਜਿਹੜੀ ਗਾਉਂਦੇ ਹਨ, ਸ਼ੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣੰ, ਉਹਨਾਂ ਦਾ ਹੀ ਉਧਾਰ ਹੁੰਦਾ ਹੈ। ਉਹੀ ਮੋਹ ਮਾਇਆ ਦੇ ਚੱਕਰ ਤੋਂ ਉਹ ਬਚਦੇ ਹਨ। ਸੰਸਾਰ ਸਾਗਰੰ ਨਾਨਕ ਪੁਨਰਪੀ ਜਨਮ ਨ ਲੱਭਯਤੇ। ਇਸ ਤਰ੍ਹਾਂ ਮੁੜ ਕੇ ਉਹਨਾਂ ਦਾ ਫਿਰ ਸੰਸਾਰ ਸਮੁੰਦਰ ਵਿੱਚ ਮੁੜ ਮੁੜ ਕੇ ਜੂਨਾਂ ਵਿੱਚ ਜਨਮ ਨਹੀਂ ਹੁੰਦਾ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕ ਓੰਕਾਰ ਨਾਮ ਉਰਧਾਰੰ। ਕੁਲਹ ਸਮੂਹ ਸਗਲ ਉਧਾਰੰ ਬਡਭਾਗੀ ਨਾਨਕ ਕੋ ਤਾਰੰ। ਸੋ ਇੱਥੇ ਵੇਦ ਪੁਰਾਣ ਸ਼ਾਸਤਰ ਆਦਿਕ ਧਾਰਮਿਕ ਪੁਸਤਕਾਂ ਦੇ ਵਿਚਾਰ ਦੀ ਗੱਲ ਕੀਤੀ ਹੈ। ਜਿਹੜਾ ਵੀ ਕੋਈ ਇਸ ਤਰ੍ਹਾਂ ਦੀਆਂ ਧਾਰਮਿਕ ਪੁਸਤਕਾਂ ਨੂੰ ਵਿਚਾਰਦਾ ਹੈ, ਵੇਦ ਪੁਰਾਣ ਸ਼ਾਸਤਰ ਵਿਚਾਰੰ, ਇਹਨਾਂ ਨੂੰ ਵਿਚਾਰਦਾ ਹੈ ਤੇ ਵਿਚਾਰ ਕੇ ਇਹਨਾਂ 'ਚੋਂ ਸਿੱਟਾ ਕੱਢਦਾ ਵੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ। ਏਕ ਓੰਕਾਰ ਨਾਮ ਉਰਧਾਰੰ। ਉਹ ਫਿਰ ਕੀ ਕਰਦਾ ਹੈ, ਆਪ ਹੀ ਤਰ ਜਾਂਦਾ ਕੁਲਹ ਸਮੂਹ ਸਗਲ ਉਧਾਰੰ, ਤੇ ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ। ਬਡਭਾਗੀ ਨਾਨਕ ਕੋ ਤਾਰੰ। ਇਸ ਤਰ੍ਹਾਂ ਆਪਣੇ ਆਪ ਨੂੰ ਉਤਾਰਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਉਹ ਉਤਾਰਦਾ ਹੈ। ਇਹ ਕੁਲਾਂ ਜਿਹੜੀਆਂ ਹਨ ਇਹ ਮਨੁੱਖ ਦੇ ਨਾਲ ਲੱਗੀਆਂ ਹੋਈਆਂ, ਸਰੀਰਕ ਦੇ ਨਾਲ ਲੱਗੀਆਂ ਹੋਈਆਂ ਕਰਮ ਇੰਦਰੀਆਂ ਹਨ, ਗਿਆਨ ਇੰਦਰੀਆਂ ਹਨ। ਉਹਨਾਂ ਨੂੰ ਉਧਾਰਦਾ ਹੈ, ਭਾਵ ਉਹਨਾਂ ਨੂੰ ਭਟਕਣਾ ਤੋਂ ਬਚਾਉਂਦਾ ਹੈ। ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣഃ। ਸੋ ਨਾਮ ਜਪਣਾ ਈਸ਼ਵਰ ਦਾ ਇਹ ਕੁਲਾਂ ਦਾ ਉਧਾਰ ਕਰਨਾ ਹੈ ਤੇ ਆਪਣੀਆਂ ਇੰਦਰੀਆਂ ਜਿਹੜੀਆਂ ਉਹਨਾਂ ਨੂੰ ਭਟਕਣਾ ਤੋਂ ਬਚਾਉਣਾ ਹੈ। ਲਬਧਿਅੰ ਸਾਧ ਸੰਗੇਣ ਨਾਨਕ ਬਡਭਾਗੀ ਪੇਟੰਤੀ ਦਰਸ਼ਨ। ਪਰ ਇਹ ਸਿਮਰਨ ਜਿਹੜਾ ਵੱਡੇ ਭਾਗਾਂ ਨਾਲ ਮਿਲਦਾ ਹੈ ਤੇ ਵਡਭਾਗੀ ਪੇਟੰਤ ਦਰਸ਼ਨਾਂ, ਤੇ ਵੱਡੇ ਭਾਗਾਂ ਵਾਲੇ ਜਿਹੜੇ ਵਡਭਾਗੀ ਲੋਕ ਹਨ ਉਹ ਹੀ ਜਾ ਕੇ ਸਾਧ ਸੰਗਤ ਦਾ ਦਰਸ਼ਨ ਕਰਦੇ ਹਨ। ਸਰਵਦੋਖ ਪਰੰ ਤਿਆਗੀ ਸਰਵ ਧਰਮ ਦ੍ਰਿੜੰਤਣః। ਲਵਧੇਣੀ ਸਾਧ ਸੰਗੇਣੀ ਨਾਨਕ ਮਸਤਕੇ ਲਿਖਿਅਣః। ਤੋ ਗੁਰਮੁਖੋ ਦੋ ਸ਼ਬਦ ਚ ਆਏ ਹਨ, ਇਹਨਾਂ ਦੇ ਮਗਰ ਬਿੰਦੀਆਂ ਲੱਗੀਆਂ ਹਨ, ਉਹਨਾਂ ਨੂੰ ਵਿਸਰਗ ਕਿਹਾ ਜਾਂਦਾ ਹੈ। ਵਿਸਰਗ ਸੰਸਕ੍ਰਿਤ ਭਾਸ਼ਾ ਦੀ ਲੈਕਾਰੀ ਮੁਤਾਬਕ ਇਹ ਦੋ ਬਿੰਦੀਆਂ ਦਾ ਨਾਂ ਹੈ ਵਿਸਰਗ। ਵਿਸਰਗ ਦਾ ਮਤਲਬ ਹੁੰਦਾ ਵੀ ਹਾ ਬੋਲਣਾ, ਇਹਨਾਂ ਦੀ ਜਗ੍ਹਾ ਤੇ ਦੋ ਬਿੰਦੀਆਂ ਨਹੀਂ ਕਹਿਣੀਆਂ। ਦ੍ਰਿੜੰਤਣ ਦੋ ਬਿੰਦੀਆਂ ਇੱਦਾਂ ਪਾਠ ਨਹੀਂ ਕਰਨਾ। ਕਈ ਜ਼ਿੱਦੀ ਕਿਸਮ ਦੇ ਪਾਠੀ ਹਨ, ਕਹਿੰਦੇ ਜਿਵੇਂ ਲਿਖਿਆ ਇਸ ਤੋਂ ਉੱਦਾਂ ਹੀ ਪੜ੍ਹਨਾ ਆ, ਜਿਵੇਂ ਲਿਖਿਆ ਉੱਦਾਂ ਹੀ ਪੜ੍ਹਨਾ ਆ। ਤੇ ਗੁਰਮੁਖ ਇੱਥੇ ਦੋ ਬਿੰਦੀਆਂ ਲੱਗੀਆਂ ਹੋਈਆਂ ਹਨ ਕਿ ਉਹ ਪੜ੍ਹਨਗੇ ਦ੍ਰਿੜੰਤਣ ਦੋ ਬਿੰਦੀਆਂ, ਲਿਖਣ ਦੋ ਬਿੰਦੀਆਂ, ਇੱਦਾਂ ਪੜ੍ਹਨਗੇ। ਉਹਨਾਂ ਦਾ ਆਪਣਾ ਜਿਹੜਾ ਕਿਹਾ ਹੋਇਆ ਉਹਦੇ ਉੱਤੇ ਆਪ ਹੀ ਨਹੀਂ ਅਮਲ ਕਰ ਸਕਦੇ ਹੋ ਵੀ ਜਿਵੇਂ ਲਿਖਿਆ ਉੱਦਾਂ ਪੜ੍ਹਨਾ ਹੈ, ਉਹ ਤੇ ਆਪ ਹੀ ਨਹੀਂ ਅਮਲ ਕਰ ਸਕਦੇ, ਕਿਉਂਕਿ ਇਹਨਾਂ ਨੂੰ ਉਹ ਦੋ ਬਿੰਦੀਆਂ ਕਹਿ ਕੇ ਪੜ੍ਹ ਹੀ ਨਹੀਂ ਸਕਦੇ। ਉਹ ਵੀ ਹਾ ਬੋਲਦੇ ਹਨ, ਪਰ ਹਾ ਬੋਲਣ ਦਾ ਢੰਗ ਹੈ, ਅਣਾਣਾ ਮੁਕਤਾ ਹੈ ਦੋਵਾਂ ਸ਼ਬਦਾਂ ਵਿੱਚ। ਇਹਨੂੰ ਪੜ੍ਹਨਾ ਦ੍ਰਿੜੰਤਣః, ਦੂਜੇ ਨੂੰ ਪੜ੍ਹਨਾ ਲਿਖਿਅਣః। ਇਹ ਨਾ ਤਾਂ ਦ੍ਰਿੜੰਤਣੇ ਹੈ ਨਾ ਦ੍ਰਿੜੰਤਣਾ ਹੈ, ਇਹਦੇ ਨਾ ਲਿਖਣੇ ਹੈ ਨਾ ਲਿਖਣਾ ਹੈ। ਹਾ ਜੋੜਨਾ ਸਿਰਫ ਇਹਨਾਂ ਨਾਲ, ਦ੍ਰਿੜੰਤਣః ਲਿਖਿਅਣঃ। ਇਸ ਤਰ੍ਹਾਂ ਪਾਠ ਹੈ ਦੋਵਾਂ ਦਾ। ਸਰਬ ਦੋਖ ਪਰੰ ਤਿਆਗੀ ਸਰਬ ਧਰਮ ਦ੍ਰਿੜੰਤਣః। ਸੋ ਸਾਰੇ ਜਿਹੜੇ ਦੋਖ ਹਨ, ਦੋਖ ਦਾ ਮਤਲਬ ਦੋਸ਼, ਮੋਹ ਮਾਇਆ ਦੇ ਚੱਕਰ, ਵਿਕਾਰ ਆਦਿਕ,
ਇਹਨੂੰ ਚੰਗੀ ਤਰ੍ਹਾਂ ਤਿਆਗ ਦੇਣਾ। ਸਰਬ ਦੋਖ ਪਰਮ ਤਿਆਗੀ, ਪਰਮ ਨੇ ਚੰਗੀ ਤਰ੍ਹਾਂ ਤਿਆਗ ਦੇਣਾ ਪੂਰਨ ਤੌਰ ਤੇ। ਸਰਬ ਥਰ ਦ੍ਰਿੜੰਤਣਾ, ਅਤੇ ਧਰਮ ਨੂੰ ਚੰਗੀ ਤਰ੍ਹਾਂ ਪੱਕਾ ਕਰ ਲੈਣਾ, ਆਪਣੇ ਹਿਰਦੇ ਵਿੱਚ ਟਿਕਾ ਲੈਣਾ, ਧਰਮ ਨੂੰ ਪੱਕਾ ਕਰ ਲੈਣਾ। ਜਿਵੇਂ ਛੋਟੇ ਸਾਹਿਬਜ਼ਾਦਿਆਂ ਦੇ ਅੰਦਰ ਧਰਮ ਨੂੰ ਪੱਕਾ ਕੀਤਾ ਹੋਇਆ ਸੀ, ਤੇ ਸੂਬੇ ਦੀ ਕਚਹਿਰੀ ਵਿੱਚ ਉਹ ਡੋਲੇ ਨਹੀਂ ਸਨ। ਸਰਬ ਧਰਮ ਦ੍ਰਿੜੰਤਣਾ, ਅਤੇ ਧਰਮ ਨੂੰ, ਆਪਣੇ ਫਰਜ਼ ਨੂੰ ਆਪਣੇ ਅੰਦਰ ਪੱਕਾ ਕਰਕੇ ਬਿਠਾ ਲੈਣਾ। ਦ੍ਰਿੜੰਤਣਾ ਨਾਲ ਪੱਕਾ ਕਰ ਲੈਣਾ, ਦ੍ਰਿੜ ਕਰ ਲੈਣਾ। ਲਬਦੇਣੀ ਸਾਧ ਸੰਗੇਣੀ, ਇਹ ਸਾਧ ਸੰਗਤ ਵਿੱਚ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਬਖਸ਼ਿਸ਼ ਹੁੰਦੀ ਹੈ। ਪਰ ਨਾਨਕ ਮਸਤਕੀ ਲਿਖਿਅਣ, ਲਿਖਿਅਣ ਖੱਕੇ ਨੂੰ ਸਿਆਰੀ ਪੈਣੀ ਹੈ ਤੇ ਐੜਾ ਪੈਣਾ ਤੇ ਨਾ ਲਿਖਿਅਣ। ਪਰ ਜਿਹਦੇ ਮੱਥੇ ਉੱਤੇ ਚੰਗਾ ਲੇਖ ਲਿਖਿਆ ਹੋਵੇ ਨਾ, ਉਹਨੂੰ ਫਿਰ ਸਾਧ ਸੰਗਤ ਵਿੱਚ ਇਹ ਵਸਤੂ ਮਿਲਦੀ ਹੈ ਕਿ ਉਹ ਮੋਹ ਮਾਇਆ ਦੇ ਚੱਕਰ ਵਿੱਚੋਂ ਨਿਕਲ ਕੇ ਧਰਮ ਨੂੰ ਆਪਣੇ ਹਿਰਦੇ 'ਚ ਪੱਕਾ ਕਰ ਲਵੇ। ਹੋਇਓ ਹੈ ਹੋ ਬੰਤੋ ਹਰਨ ਭਰਨ ਸੰਪੂਰਨ। ਇੱਥੇ ਫਿਰ ਸ਼ਬਦ ਉਸ ਤਰ੍ਹਾਂ ਦਾ ਆ ਗਿਆ ਵਿਸਰਗਾਂ ਵਾਲਾ। ਇਹਦਾ ਪਾਠ ਸੰਪੂਰਣੇ ਜਾਂ ਸੰਪੂਰਨ ਹੈ, ਰੋਂਗ ਹੈ। ਸੰਪੂਰਨ ਜਮਾ ਹਾ, ਸਿਰਫ ਹਾ ਐਡ ਕਰਨਾ ਵਿੱਚ। ਸੰਪੂਰਨ ਹ, ਸੰਪੂਰਨ ਲਾਈਕ ਦੈਟ। ਹੋਇਓ ਮੈਨੇ ਜੋ ਪਿਛਲੇ ਸਮੇਂ ਵਿੱਚ ਕਾਇਮ ਸੀ, ਹੋਇਓ ਹੈ ਮੈਨੇ ਜੋ ਹੋਣਾ ਹੈ, ਹੋਵੰਤੋ ਜੋ ਅਗਾਂਹ ਨੂੰ ਵੀ ਹੋਵੇਗਾ। ਸਿੱਧਾ ਮਤਲਬ ਹੈ ਵੀ ਆਦਿ ਸੱਚ, ਜੁਗਾਦਿ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹਦਾ ਭਾਵ ਇਹਨਾਂ ਤਿੰਨਾਂ ਸ਼ਬਦ ਦਿੱਤਾ ਗਿਆ, ਹੋਇਓ, ਹੈ, ਹੋਵੰਤੋ। ਉਹ ਹੋਇਓ ਭੂਤ ਕਾਲ ਵਿੱਚ ਸੀ, ਹੈ ਹੁਣ ਵੀ ਹੈ, ਹੋਵੰਤੋ ਤੇ ਅਗਾਂਹ ਨੂੰ ਵੀ ਹੋਵੇਗਾ। ਤੋ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸਾਰਾ ਜਿਹੜਾ ਸ਼ਲੋਕ ਹੈ ਇਹ ਉਹਨਾਂ ਦਾ, ਉਹਦਾ ਅਰਥ ਜਿਹੜਾ ਕੇਵਲ ਦੋ ਸ਼ਬਦਾਂ ਵਿੱਚ, ਤਿੰਨਾਂ ਸ਼ਬਦਾਂ ਜਿੱਥੇ ਬਿਆਨ ਕੀਤਾ ਗਿਆ, ਹੋਇਓ, ਹੈ, ਹੋਵੰਤੋ। ਹਰਨ ਭਰਨ ਸੰਪੂਰਨ। ਹਰਨ ਦਾ ਮਤਲਬ ਨਾਸ਼ ਕਰਨ ਵਾਲਾ ਤੇ ਭਰਨ ਦਾ ਮਤਲਬ ਪਾਲਣ ਵਾਲਾ। ਉਹ ਪ੍ਰਭੂ ਸੰਪੂਰਨ ਹੈ, ਵਿਆਪਕ ਹੈ ਅਰਥਾਂ ਤੇ। ਸਾਰਿਆਂ ਨੂੰ ਉਹ ਪਾਲਣ ਵਾਲਾ ਹੀ ਤੇ ਸਾਰਿਆਂ ਨੂੰ ਉਹ ਮਾਰਨ ਵਾਲਾ ਹੀ ਹੈ, ਨਾਸ਼ ਕਰਨ ਵਾਲਾ ਵੀ ਹੈ ਤੇ ਪਾਲਣ ਵਾਲਾ ਵੀ ਹੈ। ਹਰਨ ਭਰਨ ਸੰਪੂਰਨ। ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ। ਤੇ ਉਹਦੇ ਨਾਲ ਜਿਹੜਾ ਪਿਆਰ ਪਾਉਣ ਦਾ ਕਾਰਨ ਹੈ ਉਹ ਸੰਤ ਹਨ। ਸੰਤਾਂ ਨੂੰ ਸਮਝੋ, ਭਾਵ ਸੰਤਾਂ ਦੀ ਸਹਾਇਤਾ ਨਾਲ, ਗੁਰੂ ਦੀ ਸਹਾਇਤਾ ਨਾਲ ਹੀ ਉਹਦੇ ਨਾਲ ਪ੍ਰੀਤ ਪੈਂਦੀ ਹੈ। ਸਾਧੂ ਸਤਮ ਜਾਣੋ, ਸਤਮ ਦਾ ਮਤਲਬ ਹੈ ਨਿਸ਼ਚੈ ਕਰਕੇ, ਸਤਿਆ ਕਰਕੇ ਸਮਝੋ, ਨਿਸ਼ਚੈ ਕਰਕੇ ਜਾਣੋ, ਨਿਸ਼ਚੈ ਕਰਕੇ ਸੰਤਾਂ ਨੂੰ ਸਮਝੋ ਕਿ ਉਹਦੇ ਨਾਲ ਪਿਆਰ ਪਾਉਣ ਦਾ ਸੰਤ ਵਸੀਲਾ ਬਣਦੇ ਹਨ। ਸੁਖੇਣ ਬੈਣ ਰਤਨੰ, ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣ। ਇੱਥੇ ਫਿਰ ਇੱਕ ਸ਼ਬਦ ਹੈ ਵਿਸਰਗ ਵਾਲਾ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕੇਵਲ 4 ਸ਼ਬਦ ਹਨ ਜਿਨ੍ਹਾਂ ਦੇ ਮਗਰ ਵਿਸਰਗ ਦੀ ਇਹ ਧੁਨੀ ਲੱਗੀ ਹੋਈ ਹੈ, ਭਾਵ 2 ਬਿੰਦੀਆਂ ਲੱਗੀਆਂ ਹੋਈਆਂ ਹਨ। ਇਹਦਾ ਮਤਲਬ ਹੈ ਹਾਹਾ। ਵਿਸਰਗਾਂ ਦੀ ਜਗ੍ਹਾ ਤੇ ਹਾਹਾ ਵਿੱਚ ਐਡ ਕਰਨਾ ਹੁੰਦਾ, ਕੋਈ ਤਲਾਵਾਂ ਲਾਵਾਂ ਨਹੀਂ ਐਡ ਕਰਨੀ, ਕੇਵਲ ਹਾ ਐਡ ਕਰਨਾ। ਸੁਖੇਣ ਬੈਣ ਰਤਨੰ, ਸੁਖੇਣ ਦਾ ਮਤਲਬ ਸੁੱਖ ਦੇਣ ਵਾਲੇ, ਬੈਣ ਮਨੇ ਬਚਨ, ਰਤਨ ਦਾ ਮਤਲਬ ਹੈ ਕੀਮਤੀ, ਕੀਮਤੀ ਰੂਪ, ਕੀਮਤੀ ਰਤਨਾ ਵਰਗੇ, ਰਤਨ ਰੂਪ ਬਚਨ, ਕੀਮਤੀ ਬਚਨ। ਬੈਣ ਸ਼ਬਦ ਸੰਸਕ੍ਰਿਤ ਦਾ ਹੈ, ਬੈਣ ਦਾ ਮਤਲਬ ਬਚਨ। ਰਚਨਾ ਦਾ ਮਤਲਬ ਹੈ ਰਚ ਜਾਣਾ, ਰਚ ਮਿਚ ਜਾਣਾ, ਮਸਤ ਹੋਣਾ। ਕੁਸੁੰਭ ਰੰਗਣਾ, ਕੁਸੁੰਭ ਦਾ ਹੁੰਦਾ ਜਿਹੜਾ ਫਿੱਕਾ ਰੰਗ ਹੋਵੇ, ਲਹਿ ਜਾਣ ਵਾਲਾ ਰੰਗ ਹੋਵੇ, ਨਾਸ਼ਵੰਤ ਹੋਵੇ, ਮਾਇਆ ਦਾ ਰੰਗ। ਕੁਸੁੰਭ ਰੰਗਣਾ। ਸੋ ਮਾਇਆ ਦੇ ਜੇ ਕੁਸੁੰਭੇ ਦੇ
ਰੰਗਾਂ ਵਿੱਚ ਅਤੇ ਮਾਇਆ ਦੇ ਜਿਹੜੇ ਸੁਖਦਾਈ ਸੋਹਣੇ ਬੋਲ ਹਨ ਉਹਨਾਂ ਵਿੱਚ ਮਸਤ ਰਿਆਂ ਕੀ ਹੁੰਦਾ ਹੈ। ਸੁਖੇਣ ਬੈਣ ਰਤਨੰ ਰਚਨੰ ਕੁਸੁੰਭ ਰੰਗਣ। ਤੋ ਕੁਸੁੰਬੇ ਦੇ ਫੁੱਲ ਦਾ ਜਿਹੜਾ ਰੰਗ ਹੁੰਦਾ ਹੈ ਉਹ ਬੜਾ ਸ਼ੌਕ ਹੁੰਦਾ ਹੈ, ਕੱਚਾ ਹੁੰਦਾ ਹੈ, ਨਾਸ਼ਵਾਨ ਹੁੰਦਾ ਹੈ, ਛੇਤੀ ਲਹਿ ਜਾਣ ਵਾਲਾ ਹੁੰਦਾ ਹੈ। ਤੋ ਕੁਸੁੰਬੇ ਦੇ ਰੰਗਾਂ ਵਿੱਚ ਅਤੇ ਮਾਇਆ ਦੇ ਜਿਹੜੇ ਸੋਹਣੇ ਸੋਹਣੇ ਸੁਖਦਾਈ ਸੋਹਣੇ ਸੋਹਣੇ ਬੋਲ ਹਨ ਮੋਹ ਮਾਇਆ ਵਾਲੇ, ਉਹਨਾਂ ਵਿੱਚ ਜਿਹੜਾ ਮਸਤ ਰਹਿਣ ਨਾਲ ਕੀ ਹੁੰਦਾ ਹੈ, ਰੋਗ ਸੋਗ ਵਿਯੋਗੰ ਨਾਨਕ ਸੁਖ ਨਾ ਸੁਪਨਾ। ਤੇ ਇਹਦੇ ਵਿੱਚ ਮਸਤ ਹੋਣ ਨਾਲ ਕੀ ਹੁੰਦਾ ਹੈ, ਰੋਗ ਸੋਗ ਚਿੰਤਾ ਹੁੰਦੀ ਹੈ, ਰੋਗ ਹੁੰਦੇ ਹਨ, ਚਿੰਤਾ ਵਿਆਪਦੀ ਹੈ। ਵਿਯੋਗੰ ਚਿੰਤਾ ਤੇ ਦੁੱਖ, ਵਿਯੋਗੰ ਦਾ ਮਤਲਬ ਹੈ ਇਹ ਵਿਆਪਦਿਆਂ ਤੇ ਵਿਛੋੜਾ ਹੁੰਦਾ ਹੈ ਪ੍ਰਭੂ ਨਾਲੋਂ। ਵਿਛੋੜੇ ਦੀ ਭਾਵਨਾ ਵਿਯੋਗ ਮਨੇ ਵਿਛੋੜਾ। ਰੋਗ ਚਿੰਤਾ ਦੁੱਖ ਇਹੀ ਲੱਗੇ ਰਹਿੰਦੇ ਹਨ। ਤੇ ਸੁਖ ਨਾ ਸੁਪਨਾ, ਸੁਪਨੇ ਵਿੱਚ ਵੀ ਸੁਖ ਨਹੀਂ ਮਿਲਦਾ। ਸੁਪਨੇ ਵਿੱਚ ਵੀ ਮਨ ਇਹ ਆਰਾਮ ਦੀ ਨੀਂਦ ਨਹੀਂ ਸੌਂ ਸਕਦਾ। ਕਦੋਂ? ਜਦੋਂ ਇਹ ਮਨ ਕੁਸੁੰਬੇ ਦੇ ਰੰਗ ਵਿੱਚ ਮਸਤ ਹੈ, ਨਾਸ਼ਵਨ ਰੰਗਾਂ ਵਿੱਚ ਮਸਤ ਹੈ, ਨਾਸ਼ਵਨ ਪਦਾਰਥਾਂ ਦੇ ਮੋਹ ਵਿੱਚ ਮਸਤ ਹੈ, ਤੇ ਮੋਹ ਮਾਇਆ ਦੇ ਸੋਹਣੇ ਸੋਹਣੇ ਮਿੱਠੇ ਮਿੱਠੇ ਬੋਲ ਜਿਹੜੇ ਮਨ ਨੂੰ ਮੋਹ ਲੈਣ ਉਹਨਾਂ ਬੋਲਾਂ ਵਿੱਚ ਮਸਤ ਹੈ। ਉਹਦੇ ਕਾਰਨ ਫਿਰ ਰੋਗ ਚਿੰਤਾ ਦੁੱਖ, ਸੁਪਨੇ ਵਿੱਚ ਵੀ ਨਹੀਂ ਮਿਲਦਾ ਸੁੱਖ। ਇਸ ਤਰ੍ਹਾਂ ਦੀ ਫਿਰ ਉਹ ਹਾਲਤ ਜਿਹੜੀ ਉਹ ਬਣ ਜਾਂਦੀ ਹੈ ਤੇ ਮਨੁੱਖ ਦੀ ਦਸ਼ਾ ਜਿਹੜੀ ਹੈ ਇਸ ਤਰ੍ਹਾਂ ਦੁੱਖਾਂ ਵਾਲੀ ਹੋ ਜਾਂਦੀ ਹੈ।